ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਦਵਿੰਦਰ ਸਿੰਘ ਇੱਕ ਵਾਰ ਫਿਰ ਜੁੜ ਗਿਆ ਇਲੈਕਟ੍ਰਿਕ ਲਰਨਿੰਗ ਮੰਚ ਨਾਲ। ਤੇ ਅਸੀਂ ਡਿਸਕਸ ਕਰ ਰਹੇ ਹਾਂ ਇੰਡੀਆ ਦੀ ਮਾਡਰਨ ਹਿਸਟਰੀ ਦੇ ਬਾਰੇ। ਮਾਡਰਨ ਹਿਸਟਰੀ ਵਿੱਚ ਅਸੀਂ ਉੱਥੋਂ ਤੱਕ ਡਿਸਕਸ ਕਰ ਚੁੱਕੇ ਹਾਂ ਜਿੱਥੇ ਇੰਗਲਿਸ਼ ਤੇ ਫਰੈਂਚ ਦੋਵੇਂ ਜਿਹੜੀਆਂ ਯੂਰਪੀਅਨਸ ਪਾਵਰਸ ਨੇ ਉਹ ਵੈਲ ਸੈਟਲਡ ਹੋ ਚੁੱਕੀਆਂ ਨੇ ਤੇ ਸਮਾਂ ਆ ਚੁੱਕਿਆ ਲਗਭਗ 1740 ਦਾ। ਤਾਂ ਸ਼ੁਰੂ ਕਰਦੇ ਹਾਂ ਹੁਣ ਉਹਨਾਂ ਦੀ ਰਾਈਵਲਰੀ ਦਾ ਦੌਰ, ਜਦੋਂ ਉਹਨਾਂ ਦੇ ਆਪਸੀ ਮੁਕਾਬਲੇ ਕਾਰਨ ਭਾਰਤ ਦੇ ਵਿੱਚ ਰਾਜਨੀਤਿਕ ਹਾਲਾਤ ਪੈਦਾ ਹੁੰਦੇ ਹਨ। ਉਹਨਾਂ ਰਾਜਨੀਤਿਕ ਹਾਲਾਤਾਂ ਕਾਰਨ ਸਾਡੇ ਲੋਕਲ ਜਿਹੜੇ ਪਾਵਰਸ ਆ ਉਹ ਵੀ ਪ੍ਰਭਾਵਿਤ ਹੁੰਦੀਆਂ ਹਨ ਤੇ ਬੇਸਿਕਲੀ ਇੰਗਲਿਸ਼ ਆਪਣੇ ਆਪ ਨੂੰ ਸੁਪਰੀਮ ਸਾਬਤ ਕਰਦੇ ਨੇ। ਠੀਕ ਹੈ ਜੀ। ਤਾਂ ਉਸ ਬਾਰੇ ਆਪਾਂ ਜਦੋਂ ਗੱਲ ਕਰਦੇ ਹਾਂ ਤਾਂ ਸਮਾਂ ਪਹਿਲਾਂ ਜ਼ਰੂਰੀ ਹੈ ਜੀ। 1740 ਦਾ ਸਮਾਂ ਸੀ। ਠੀਕ ਹੈ। 1740 ਦੇ ਸਮੇਂ ਵਿੱਚ ਭਾਰਤ ਦੀ ਪੋਲੀਟੀਕਲ ਹਾਲਤ ਕੀ ਸੀ? ਬੇਸਿਕਲੀ ਕੀ ਹੈ ਕਿ ਜਿਹੜੇ ਗ੍ਰੇਟਰ ਮੁਗਲਸ ਨੇ ਔਰੰਗਜ਼ੇਬ ਤੱਕ ਉਹ ਜਾ ਚੁੱਕੇ ਨੇ ਤੇ ਹੁਣ ਲੇਟਰ ਮੁਗਲਸ ਆ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਇੰਨੀ ਪਾਵਰ ਨਹੀਂ ਹੈ ਕਿ ਉਹ ਭਾਰਤ ਦੇ ਸਾਮਰਾਜ ਨੂੰ, ਭਾਰਤ ਦੇ ਅੰਪਾਇਰ ਨੂੰ, ਮੁਗਲ ਅੰਪਾਇਰ ਨੂੰ ਇਕੱਠਾ ਕਰਕੇ ਰੱਖ ਸਕਣ। ਤਾਂ ਖਾਸ ਕਰਕੇ ਸਾਊਥ ਦੇ ਵਿੱਚ ਛੋਟੇ ਛੋਟੇ ਲੋਕਲ ਰੂਲਰ ਉੱਭਰਨੇ ਸਟਾਰਟ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਸਭ ਨਾਲੋਂ ਪ੍ਰਮੁੱਖ ਹੁੰਦਾ ਜੀ ਹੈਦਰਾਬਾਦ ਦਾ ਨਿਜ਼ਾਮ। ਠੀਕ ਹੈ। ਨਿਜ਼ਾਮ ਆਫ ਹੈਦਰਾਬਾਦ। ਹੈਦਰਾਬਾਦ ਕਿਸੇ ਸਮੇਂ ਮੁਗਲ ਰਾਜ ਦਾ ਇੱਕ ਬੜਾ ਕਰੂਸ਼ਲ ਪ੍ਰੋਵਿੰਸ ਸੀ ਤੇ ਇੱਥੋਂ ਦਾ ਗਵਰਨਰ ਮੁਗਲ ਬਾਦਸ਼ਾਹ ਦੀ ਸਹਿਮਤੀ ਦੇ ਨਾਲ ਨਿਯੁਕਤ ਕੀਤਾ ਜਾਂਦਾ ਸੀ। ਪਰ ਹੌਲੀ ਹੌਲੀ ਇੱਥੋਂ ਦਾ ਜਿਹੜਾ ਨਿਜ਼ਾਮ ਸੀ, ਜਿਸ ਨੂੰ ਗਵਰਨਰ ਨਿਜ਼ਾਮ ਕਹਿ ਦਿੱਤਾ ਜਾਂਦਾ ਸੀ, ਜਦੋਂ ਮੁਗਲ ਜਿਹੜੇ ਰਾਜੇ ਸੀ ਉਹ ਵੀਕ ਹੋਣੇ ਸਟਾਰਟ ਹੋਏ ਤਾਂ ਉਹ ਇੰਡੀਪੈਂਡੈਂਟ ਹੋ ਗਿਆ ਇਹਨਾਂ ਤੋਂ ਤੇ ਆਪਣਾ ਉਹਨੇ ਇੱਕ ਵੱਖਰਾ ਰਾਜ ਚਲਾ ਲਿਆ। ਠੀਕ ਹੈ। ਤਾਂ ਹੈਦਰਾਬਾਦ ਦਾ ਜਿਹੜਾ ਨਿਜ਼ਾਮ ਹੈ ਉਸ ਸਮੇਂ ਦਾ ਨਿਜ਼ਾਮ ਹੈ ਆਸਿਫ ਜਹਾਂ। ਆਸਿਫ ਜਹਾਂ ਬੜਾ ਇੰਪੋਰਟੈਂਟ ਨਾਮ ਹੈ ਜੀ। ਆਸਿਫ ਜਹਾਂ ਵੀ ਬੁੱਢਾ ਹੋ ਚੁੱਕਿਆ। ਠੀਕ ਹੈ। ਉਹਦੀ ਪਾਵਰ ਵੀ ਥੋੜ੍ਹੀ ਘੱਟ ਚੁੱਕੀ ਹੈ ਤੇ ਹੋਰ ਛੋਟੇ ਛੋਟੇ ਬੜੇ ਨੇਟਿਵ ਸਟੇਟਸ ਨੇ ਜਿਸ ਤਰ੍ਹਾਂ ਮੈਸੂਰ, ਪੰਜਾਬ, ਤ੍ਰਿਚਨਾਪੱਲੀ, ਇਹੋ ਜਿਹੇ ਹੋਰ ਛੋਟੇ ਛੋਟੇ ਲੋਕਲ ਇੰਡੀਪੈਂਡੈਂਟ ਰੂਲਰ ਉੱਭਰਨੇ ਸਟਾਰਟ ਹੋ ਚੁੱਕੇ ਨੇ। ਪੋਲਿਟੀ ਬਹੁਤ ਵੰਡੀ ਜਾ ਚੁੱਕੀ ਹੈ। ਐਟ ਦਾ ਸੇਮ ਟਾਈਮ ਫਰੈਂਚ ਤੇ ਇੰਗਲਿਸ਼ ਬਹੁਤ ਜ਼ਿਆਦਾ ਮਜ਼ਬੂਤ ਹੋ ਚੁੱਕੇ ਨੇ। ਠੀਕ ਹੈ। ਤਾਂ ਟੇਕ ਓਵਰ ਕਰਨ ਲਈ ਇਹਨਾਂ ਨੂੰ ਹੁਣ ਬੜੀ ਪਰਫੈਕਟ ਹਾਲਾਤ ਬਣਦੇ ਜਾ ਰਹੇ ਨੇ ਯੂਰਪੀਅਨਸ ਪਾਵਰ ਵੱਲੋਂ। ਠੀਕ ਹੈ। ਇਸ ਦੇ ਵਿੱਚ ਫਰੈਂਚ ਤੇ ਇੰਗਲਿਸ਼ ਦੀ ਰਾਈਵਲਰੀ ਵੀ ਵੱਧਦੀ ਜਾ ਰਹੀ ਹੈ। ਤਾਂ ਰਾਈਵਲਰੀ ਸਟਾਰਟ ਹੁੰਦੀ ਹੈ ਕਾਰਨੈਟਿਕ ਵਾਰਸ ਤੋਂ। ਕਾਰਨੈਟਿਕ ਪਹਿਲਾਂ ਜੇ ਅਸੀਂ ਵਰਡ ਡਿਸਕਸ ਕਰ ਲਈਏ, ਕਾਰਨੈਟਿਕ ਨਾਮ ਜੀ ਯੂਰਪੀਅਨਸ ਵੱਲੋਂ ਦਿੱਤਾ ਗਿਆ ਭਾਰਤ ਦੇ ਕੋਰੋਮੰਡਲ ਕੋਸਟ ਨੂੰ। ਪਿਛਲੇ ਲੈਕਚਰਾਂ 'ਚ ਆਪਾਂ ਗੱਲ ਕਰ ਚੁੱਕੇ ਹਾਂ ਕਿ ਕੋਰੋਮੰਡਲ ਕੋਸਟ ਕੀ ਹੈ। ਜਿਹੜਾ ਭਾਰਤ ਦਾ ਵੈਸਟ ਕੋਸਟ ਹੈ, ਤਾਮਿਲਨਾਡੂ ਵਾਲਾ ਕੋਸਟ, ਉਸ ਨੂੰ ਕੋਰੋਮੰਡਲ ਕੋਸਟ ਕਿਹਾ ਜਾਂਦਾ। ਉਸ ਨੂੰ ਯੂਰਪੀਅਨਸ ਕਾਰਨੈਟਿਕ ਦੇ ਨਾਲ ਸੰਬੋਧਿਤ ਕਰਦੇ ਸਨ। ਤਾਂ ਇਸੇ ਕਰਕੇ ਜਿਹੜੀਆਂ ਵਾਰਸ ਹੋਈਆਂ ਇੰਗਲਿਸ਼ ਤੇ ਫਰੈਂਚ ਦੇ ਵਿਚਾਲੇ ਆਪਣੀ ਸੁਪਰੀਮੇਸੀ ਲਈ, ਉਹਨੂੰ ਕਾਰਨੈਟਿਕ ਵਾਰਸ ਕਿਹਾ ਜਾਂਦੇ ਨੇ। ਤਾਂ ਪਹਿਲੀ ਕਾਰਨੈਟਿਕ ਵਾਰ ਦਾ ਟਾਈਮ ਸੀ ਜੀ 1740 ਤੋਂ 48 ਤੱਕ। ਵਾਰ ਦੇ ਸ਼ੁਰੂ ਹੋਣ ਦਾ ਕਾਰਨ ਕੀ ਸੀ? ਵਾਰ ਦੇ ਸ਼ੁਰੂ ਹੋਣ ਦਾ ਕਾਰਨ ਇੰਡੀਅਨ ਨਹੀਂ ਸੀ, ਯੂਰਪੀਅਨ ਸੀ। ਬੇਸਿਕਲੀ ਯੂਰਪ ਦੇ ਵਿੱਚ ਆਸਟਰੀਆ ਇੱਕ ਕੰਟਰੀ ਹੈ ਜਿੱਥੋਂ ਦੇ ਤਖਤ ਤੇ ਕੌਣ ਬੈਠੇਗਾ 1740 ਦੇ ਵਿੱਚ, ਉਸ ਦੇ ਤਖਤ ਤੇ ਕੌਣ ਬੈਠੇਗਾ, ਇਸ ਨੂੰ ਲੈ ਕੇ ਆਸਟਰੀਅਨ ਵਾਰ ਆਫ ਸਕਸੈਸ਼ਨ ਸਟਾਰਟ ਹੋ ਜਾਂਦੀ ਹੈ। ਇਹ ਵਾਰ ਦੇ ਵਿੱਚ ਯੂਰਪ ਦੀਆਂ ਜਿਹੜੀਆਂ ਮੇਜਰ ਪਾਵਰਸ ਨੇ ਵਿਰੋਧੀ ਖੇਮਿਆਂ ਦੇ ਵਿੱਚ ਕੁੱਦ ਪੈਂਦੀਆਂ ਨੇ। ਤੇ ਜਿਹੜੇ ਦੋ ਮੇਨ ਵਿਰੋਧੀ ਗੁੱਟ ਨੇ, ਇੱਕ ਵਿਰੋਧੀ ਗੁੱਟ ਦੀ ਅਗਵਾਈ ਕਰ ਰਿਹਾ ਜੀ ਹੁਣ ਬ੍ਰਿਟੇਨ, ਇੰਗਲੈਂਡ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਦੂਜੇ ਦੀ ਅਗਵਾਈ ਕਰ ਰਿਹਾ ਫਰੈਂਚ। ਤਾਂ ਜਦੋਂ ਯੂਰਪ ਦੇ ਵਿੱਚ ਉਹ ਲੜ ਰਹੇ ਨੇ ਤਾਂ ਓਬਵੀਅਸ ਆ ਕਿ ਇੰਡੀਆ ਦੇ ਵਿੱਚ ਵੀ ਉਹਨਾਂ ਦੀ ਲੜਾਈ ਹੋਣੀ ਹੀ ਹੋਣੀ ਹੈ। ਠੀਕ ਹੈ। ਪਰ ਇਸ ਸਮੇਂ 'ਤੇ ਕੀ ਹੈ, ਫਰੈਂਚ ਦੀ ਪਾਵਰ ਹਜੇ ਹੁਣੇ ਰਿਵਾਈਵ ਹੋਈ ਆ। ਲਿਨਿਓਲ ਤੇ ਡੂਮਾਸ ਦੋ ਗਵਰਨਰ ਮੈਂ ਦੱਸੇ ਸੀ, ਉਹਨਾਂ ਨੇ ਹਜੇ ਫਰੈਂਚ ਨੂੰ ਦੁਬਾਰਾ ਹੁਣੇ ਪੱਕੇ ਪੈਰੀ ਕੀਤਾ ਪੁਰਾਣੀਆਂ ਸੈਟਬੈਕਸ ਤੋਂ ਉਭਾਰ ਕੇ। ਜਦੋਂ ਕਿ ਜਿਹੜੇ ਇੰਗਲਿਸ਼ ਨੇ 1715 ਜਾਂ 17 ਵੀ ਕਈ ਬੁੱਕਾਂ ਵਿੱਚ ਲਿਖਿਆ ਹੈ, ਕਈ ਥਾਂ 1715 ਲਿਖਿਆ, ਜਦੋਂ ਉਹਨਾਂ ਨੂੰ ਫਰਮਾਨ ਹਾਸਲ ਹੋਏ ਨੇ 3 ਫਰੁਖਸੀਆਰ ਤੋਂ, ਉਹ ਫਰਮਾਨ ਲੈਣ ਤੋਂ ਬਾਅਦ ਬਹੁਤ ਜ਼ਿਆਦਾ ਪੱਕੇ ਪੈਰੀ ਹੋ ਚੁੱਕੇ ਨੇ। ਈਸਟ, ਵੈਸਟ ਤੇ ਸਾਊਥ ਵਿੱਚ ਬੰਬੇ, ਮਦਰਾਸ ਤੇ ਕਲਕੱਤਾ ਨਾਂ ਦੇ ਉਹਨਾਂ ਦੇ 3 ਹੈੱਡਕੁਆਟਰ ਬਣ ਚੁੱਕੇ ਨੇ। ਫਰੈਂਚ ਕੋਲੇ ਵੀ ਨੋ ਡਾਊਟ ਪੌਂਡੀਚੇਰੀ ਹੈ ਇੱਕ ਸਟਰੋਂਗ ਹੋਲਡ, ਪਰ ਫਰੈਂਚ ਹਜੇ ਉਨੇ ਪਾਵਰਫੁਲ ਨਹੀਂ ਹਨ ਕਿ ਉਹ ਇੰਗਲਿਸ਼ ਨੂੰ ਚੁਣੌਤੀ ਦੇ ਸਕਣ। ਇੰਗਲਿਸ਼ ਬਹਾਨਾ ਲੱਭ ਰਹੇ ਨੇ ਕਿ ਅਸੀਂ ਫਰੈਂਚ ਤੇ ਅਟੈਕ ਕਰੀਏ, ਹਜੇ ਉਨੇ ਪਾਵਰਫੁਲ ਨਹੀਂ ਨੇ। ਬਹਾਨਾ ਉਹਨਾਂ ਨੂੰ ਮਿਲ ਗਿਆ ਜੀ ਆਸਟਰੀਅਨ ਵਾਰ ਆਫ ਸਕਸੈਸ਼ਨ ਕਰਕੇ। ਠੀਕ ਹੈ। ਇਸ ਬਹਾਨੇ ਨੂੰ ਮੱਦੇਨਜ਼ਰ ਰੱਖਦੇ ਹੋਏ
फ्रेंच की शिप्स ਨੂੰ ਸੀਜ਼ ਕਰਨਾ ਸਟਾਰਟ ਕਰ ਦਿੰਦੇ ਨੇ ਇੰਗਲਿਸ਼ ਨੇਵੀ। ਠੀਕ ਹੈ ਜੀ। ਕੈਪਟਨ ਬਾਰਨੈਟ ਹੈ ਉਸ ਸਮੇਂ ਉਹਨਾਂ ਦਾ ਲੀਡਰ ਨੇਵੀ ਦਾ। ਇਹਦੀ ਕਮਾਨ ਦੇ ਹੇਠ ਜਿਹੜੇ ਇੰਗਲਿਸ਼ ਨੇਵੀ ਆ ਫ੍ਰੈਂਚ ਨੇਵੀ ਦੇ ਕੁਝ ਸ਼ਿਪਸ ਨੂੰ ਸੀਜ਼ ਕਰ ਲੈਂਦੇ ਨੇ। ਠੀਕ ਹੈ, ਸੀਜ਼ ਕਰ ਲੈਂਦੇ ਨੇ। ਹੁਣ ਫ੍ਰੈਂਚ ਲਈ ਜਵਾਬ ਦੇਣਾ ਬੜਾ ਹੀ ਓਬਵੀਅਸ ਸੀ। ਠੀਕ ਹੈ, ਉਤਰਨਾ ਪਿਆ ਉਹਨਾਂ ਨੂੰ, ਨਾ ਚਾਹੁੰਦੇ ਵੀ ਜੰਗ ਦੇ ਮੈਦਾਨ ਦੇ ਵਿੱਚ। ਤਾਂ ਫ੍ਰੈਂਚ ਦੀ ਪਾਵਰ ਥੋੜ੍ਹੀ ਕਮਜ਼ੋਰ ਹੈ ਉਸ ਸਮੇਂ। ਫ੍ਰੈਂਚ ਦਾ ਨਵਾਂ ਗਵਰਨਰ ਆ ਚੁੱਕਿਆ ਲੀਨੀਓ ਤੇ ਡੂਮਸ ਤੋਂ ਬਾਅਦ ਡੁਪਲੈਕਸ। ਇਹ ਵੀ ਬੜਾ ਇੰਪੋਰਟੈਂਟ ਨਾ ਹੈ। ਠੀਕ ਹੈ, ਤਾਂ ਡੁਪਲੈਕਸ ਸੋਚਦਾ ਕਿ ਹੁਣ ਇੰਗਲਿਸ਼ 'ਤੇ ਵੀ ਕਾਊਂਟਰ ਅਟੈਕ ਕੀਤਾ ਜਾਵੇ। ਇੰਨੀ ਉਹਦੇ ਕੋਲ ਪਾਵਰ ਨਹੀਂ ਹੈ। ਠੀਕ ਹੈ, ਜਾਂ ਫ੍ਰੈਂਚ ਸੋਚਦੇ ਨੇ। ਇੱਥੇ ਡੁਪਲੈਕਸ ਨੂੰ ਆਪਾਂ ਇਕੱਲੇ ਨੂੰ ਨਹੀਂ ਕਹਿ ਸਕਦੇ। ਠੀਕ ਹੈ, ਤਾਂ ਫ੍ਰੈਂਚ ਇਹਦੇ ਲਈ ਇੱਕ ਸਕੀਮ ਬਣਾਉਂਦੇ ਨੇ। ਉਹ ਕੀ ਕਰਦੇ ਨੇ, ਇੰਡੀਅਨ ਓਸ਼ਨ ਦੇ ਵਿੱਚ ਇੱਕ ਹੋਰ ਟਾਪੂ ਦੇਸ਼ ਹੈ ਜੀ ਮੌਰੀਸ਼ਸ। ਠੀਕ, ਬੜਾ ਹੀ ਟੂਰਿਸਟ ਸਪੌਟ ਹੈ ਮੰਨਿਆ ਪ੍ਰਮੰਨਿਆ ਅੱਜ ਦੇ ਸਮੇਂ ਵਿੱਚ। ਉਸ ਸਮੇਂ 'ਤੇ ਮੌਰੀਸ਼ਸ ਫ੍ਰੈਂਚ ਦੇ ਅੰਡਰ ਸੀ। ਤਾਂ ਇੰਡੀਅਨ ਫ੍ਰੈਂਚ ਕੀ ਕਰਦੇ ਨੇ, ਮੌਰੀਸ਼ਸ ਵਾਲੇ ਫ੍ਰੈਂਚ ਤੋਂ ਸਹਾਇਤਾ ਮੰਗਦੇ ਨੇ। ਠੀਕ ਹੈ, ਮੌਰੀਸ਼ਸ ਵਾਲੇ ਫ੍ਰੈਂਚ ਆਪਣੀ ਨੇਵੀ ਭੇਜਦੇ ਨੇ। ਉਸ ਨੇਵੀ ਦੀ ਸਹਾਇਤਾ ਨਾਲ ਇੰਗਲਿਸ਼ ਨੂੰ ਕਾਊਂਟਰ ਅਟੈਕ ਕੀਤਾ ਜਾਂਦਾ ਹੈ। ਕਾਊਂਟਰ ਅਟੈਕ ਦੇ ਵਿੱਚ ਬੜੀ ਇੰਪੋਰਟੈਂਟ ਘਟਨਾ ਹੁੰਦੀ ਹੈ ਜਿਹਦੇ ਨਾਲ ਲੜਾਈ ਦਾ ਰੁੱਖ ਹੀ ਪਲਟ ਜਾਂਦਾ 1746 ਦੇ ਵਿੱਚ। ਠੀਕ ਹੈ, ਇਹ ਵਾਰ ਹੈ ਜੀ। ਪਹਿਲੀ ਗੱਲ ਇਹ ਧਿਆਨ 'ਚ ਰੱਖਣ ਲਈ ਲੰਬਾ ਸਮਾਂ ਚੱਲੀ 8 ਸਾਲ। ਠੀਕ ਹੈ, ਇਹਦੇ ਵਿੱਚ ਛੋਟੀਆਂ ਬੈਟਲਸ ਹੁੰਦੀਆਂ ਰਹੀਆਂ। ਤਾਂ ਇੱਕ ਬੈਟਲ ਦੇ ਵਿੱਚ 1746 ਦੇ ਵਿੱਚ ਮਦਰਾਸ ਕੈਪਚਰ ਕਰ ਲੈਂਦੇ ਨੇ। ਕੌਣ, ਫਰਾਂਸੀਸੀ। ਕਿਹਦੇ ਤੋਂ, ਇੰਗਲਿਸ਼ ਤੋਂ। ਮਦਰਾਸ ਕੀ ਹੈ, ਸਾਊਥ ਇੰਡੀਆ ਦੇ ਵਿੱਚ ਇੰਗਲਿਸ਼ ਦਾ ਮੇਨ ਸਟਰੋਂਗ ਹੋਲਡ ਸੀ। ਮਦਰਾਸ ਚਲੇ ਜਾਣ ਨਾਲ ਇੰਗਲਿਸ਼ ਦੀ ਪਾਵਰ ਘਟ ਜਾਂਦੀ ਹੈ ਅਤੇ ਫ੍ਰੈਂਚ ਦੀ ਪਾਵਰ ਵੱਧ ਜਾਂਦੀ ਹੈ। ਬੇਸਿਕਲੀ ਹੁਣ ਉਹ ਬਰਾਬਰ ਦੇ ਹੋ ਜਾਂਦੇ ਨੇ ਇਸ ਘਟਨਾ ਤੋਂ ਬਾਅਦ। ਠੀਕ ਹੈ ਜੀ, ਉਸ ਤੋਂ ਬਾਅਦ ਵੀ ਲੜਾਈ ਦੇ ਵਿੱਚ ਅਗਲੇ ਫਰਦਰ ਕੋਰਸ ਚੱਲਦੇ ਰਹਿੰਦੇ ਨੇ। ਪਰ 1748 ਦੇ ਵਿੱਚ ਆ ਕੇ ਜਿਹੜਾ ਮੇਨ ਰੀਜਨ ਸੀ ਆਸਟਰੀਅਨ ਵਾਰ ਆਫ ਸਕਸੈਸ਼ਨ ਸੀ। ਠੀਕ ਹੈ, ਯੂਰਪ ਦੀਆਂ ਪਾਵਰ ਲੜ ਕੇ ਹੰਭ ਜਾਂਦੀਆਂ ਨੇ ਅਤੇ 1748 ਦੇ ਵਿੱਚ ਇੱਕ ਟ੍ਰੀਟੀ ਹੁੰਦੀ ਹੈ ਜੀ ਯੂਰਪ ਦੇ ਵਿੱਚ, ਐਕਸ ਲਾ ਸ਼ਪੈਲ। ਠੀਕ ਹੈ, ਫ੍ਰੈਂਚ ਨੇਮ ਹੈ ਇਹ, ਐਕਸ ਲਾ ਸ਼ਪੈਲ। ਠੀਕ ਹੈ, ਇਹ ਟ੍ਰੀਟੀ ਹੁੰਦੀ ਹੈ ਜੀ। ਇਸ ਟ੍ਰੀਟੀ ਦੇ ਅੰਡਰ ਯੂਰਪ ਦੇ ਵਿੱਚ ਵੀ ਵਾਰ ਬੰਦ ਹੋ ਜਾਂਦੀ ਹੈ ਅਤੇ ਇੰਡੀਆ ਦੇ ਵਿੱਚ ਵੀ ਜਿਹੜੀ ਫ੍ਰੈਂਚ ਅਤੇ ਈਸਟ ਇੰਡੀਆ ਕੰਪਨੀ ਆਪਸ ਦੇ ਵਿੱਚ ਲੜ ਰਹੀਆਂ ਨੇ ਉਹ ਵਾਰ ਵੀ ਖਤਮ ਹੋ ਜਾਂਦੀ ਹੈ। ਟ੍ਰੀਟੀ ਦੇ ਵਿੱਚ ਹੁੰਦਾ ਕੀ ਹੈ ਕਿ ਜਿਹੜੀਆਂ ਜਿੱਤੇ ਹੋਏ ਇਲਾਕੇ ਨੇ ਉਹ ਇੱਕ ਦੂਜੇ ਨੂੰ ਵਾਪਸ ਕਰ ਦਿੱਤੇ ਜਾਂਦੇ ਨੇ। ਠੀਕ ਹੈ, ਕਿਹੜੇ ਜਿੱਤੇ ਹੋਏ ਇਲਾਕੇ ਨੇ, ਮਦਰਾਸ ਜਿੱਤਿਆ ਹੋਇਆ ਜੀ ਫਰਾਂਸੀਸੀਆਂ ਨੇ। ਤਾਂ ਮਦਰਾਸ ਇੰਗਲਿਸ਼ ਨੂੰ ਵਾਪਸ ਕਰ ਦਿੱਤਾ ਜਾਂਦਾ ਹੈ। ਬਦਲੇ 'ਚ ਫਰਾਂਸੀਸੀਆਂ ਨੂੰ ਕੀ ਮਿਲਦਾ ਹੈ, ਜਿਹੜੀਆਂ ਨਾਰਥ ਅਮਰੀਕਾ ਦੇ ਵਿੱਚ ਉਹਨਾਂ ਦੀਆਂ ਟੈਰੀਟਰੀਜ਼ ਸਨ ਜੋ ਇੰਗਲਿਸ਼ ਨੇ ਜਿੱਤ ਲਈਆਂ ਸਨ। ਪਿੱਛੇ ਲੈਕਚਰਾਂ ਦੇ ਆਪਾਂ ਗੱਲ ਕੀਤੀ ਸੀ 1492 ਦੇ ਵਿੱਚ ਕੋਲੰਬਸ ਦੁਆਰਾ ਅਮਰੀਕਾ ਨੂੰ ਖੋਜਿਆ ਜਾਣਾ। ਤਾਂ 1500 ਤੋਂ ਲੈ ਕੇ 1776 ਅਮਰੀਕਾ ਦੀ ਆਜ਼ਾਦੀ ਤੱਕ। ਠੀਕ ਹੈ, ਉੱਥੇ ਕਲੋਨੀਆਂ ਸੀ ਕਿਹਦੀਆਂ, ਫਰਾਂਸ ਦੀਆਂ ਅਤੇ ਇੰਗਲੈਂਡ ਦੀਆਂ ਮੇਨਲੀ। ਹੋਰ ਵੀ ਕੰਟਰੀ ਸਨ, ਮੇਨਲੀ ਇਹੀ ਸਨ। ਠੀਕ ਹੈ, ਤਾਂ ਉੱਥੇ ਵੀ ਇਹ ਇਲਾਕੇ ਨੂੰ ਲੈ ਕੇ ਲੜਦੇ ਰਹਿੰਦੇ ਸਨ। ਤਾਂ ਉੱਥੋਂ ਦੀਆਂ ਜਿਹੜੀਆਂ ਟੈਰੀਟਰੀਜ਼ ਨੇ ਉਹ ਵਾਪਸ ਕਰ ਦਿੱਤੀਆਂ ਜਾਂਦੀਆਂ ਨੇ ਫ੍ਰੈਂਚ ਨੂੰ ਨਾਰਥ ਅਮਰੀਕਾ ਦੇ ਵਿੱਚ। ਠੀਕ ਹੈ, ਦੇਖ ਲਓ। ਠੀਕ ਹੈ, ਇਹ ਫ੍ਰੈਂਚ ਨੂੰ ਚਲੀਆਂ ਜਾਂਦੀਆਂ ਨੇ। ਜਿਹੜਾ ਮਦਰਾਸ ਹੈ ਉਹ ਇੰਗਲਿਸ਼ ਨੂੰ ਵਾਪਸ ਦੇ ਦਿੱਤਾ ਜਾਂਦਾ ਹੈ। ਠੀਕ ਹੈ, ਤਾਂ ਇਹ ਵਾਰ ਇਸ ਤਰ੍ਹਾਂ ਖਤਮ ਹੋ ਜਾਂਦੀ ਹੈ। ਹੁਣ ਇਹ ਵਾਰ ਦਾ ਸਿਗਨੀਫਿਕੈਂਸ ਕੀ ਹੈ? ਸਿਗਨੀਫਿਕੈਂਸ ਕੀ ਹੈ ਜੀ, ਵਾਰ ਤੋਂ ਪਹਿਲਾਂ ਫ੍ਰੈਂਚ ਥੋੜ੍ਹੇ ਜਿਹੇ ਕਮਜ਼ੋਰ ਹਾਲਤ ਵਿੱਚ ਸਨ। ਵਾਰ ਦੇ ਵਿੱਚ ਕੀ ਆ, ਜੇ ਉਹ ਜਿੱਤ ਨਹੀਂ ਪਾਉਂਦੇ ਇੰਗਲਿਸ਼ ਨੂੰ ਤਾਂ ਇੰਗਲਿਸ਼ ਨੂੰ ਵੀ ਉਹ ਜਿੱਤਣ ਨਹੀਂ ਦਿੰਦੇ। ਠੀਕ ਹੈ, ਬਰਾਬਰ ਦੀ ਟੱਕਰ ਦਿੰਦੇ ਨੇ ਜਿਹਦੇ ਨਾਲ ਫ੍ਰੈਂਚ ਪਾਵਰ ਦੇ ਵਿੱਚ ਵਾਧਾ ਹੁੰਦਾ ਹੈ, ਫ੍ਰੈਂਚ ਦੀ ਮਾਣ ਪ੍ਰਤਿਸ਼ਠਾ ਦੇ ਵਿੱਚ ਵਾਧਾ ਹੁੰਦਾ ਹੈ। ਲੋਕਲ ਰੂਲਰ ਹੁਣ ਇੰਗਲਿਸ਼ ਨੂੰ ਵੀ ਦੇਖਦੇ ਨੇ ਅਤੇ ਫ੍ਰੈਂਚ ਨੂੰ ਵੀ ਉਹਨਾਂ ਨਾਲ ਐਟ ਪਾਰ ਦੇਖਦੇ ਨੇ। ਇੱਕ ਤਰ੍ਹਾਂ ਦੇ ਬਰਾਬਰ ਦੇ ਵਿਵਹਾਰ ਹੋਣ ਲੱਗ ਜਾਂਦਾ ਹੁਣ ਉਹਨਾਂ ਨਾਲ। ਇਹ ਤਾਂ ਉਹਨਾਂ ਦੇ ਪੱਖ ਤੋਂ ਹੈ। ਠੀਕ ਹੈ, ਇੰਡੀਅਨ ਪੱਖ ਤੋਂ ਇਹ ਵਾਰ ਬੜੀ ਭਿਆਨਕ ਸਾਬਤ ਹੁੰਦੀ ਹੈ। ਕਿਉਂ ਭਿਆਨਕ ਸਾਬਤ ਹੁੰਦੀ ਹੈ? ਕਿਉਂਕਿ ਇਸ ਦੇ ਵਿੱਚ ਇੰਡੀਆ ਦੀ ਪੋਲ ਖੁੱਲ੍ਹ ਜਾਂਦੀ ਆ। ਪੋਲ ਕੀ ਖੁੱਲ੍ਹਦੀ ਆ? ਇੰਡੀਆ ਦੀ ਮਿਲਟਰੀ ਨਾਕਾਬਲੀਅਤ ਦੀ। ਠੀਕ ਹੈ, ਉਹ ਪੋਲ ਖੁੱਲ੍ਹਣ ਦਾ ਕਾਰਨ ਕੀ ਸੀਗਾ? ਬੜੀ ਇੰਪੋਰਟੈਂਟ ਬੈਟਲ ਹੋਈ ਇਹਦੇ ਵਿੱਚ, ਸੇਂਟ ਥਾਊਨ ਦੀ। ਸੇਂਟ ਥੌਮ ਦੀ ਬੈਟਲ ਹੋਈ ਸੀ। ਸੇਂਟ ਥੌਮ ਦੀ ਬੈਟਲ ਕਿਹਦੇ ਵਿਚਕਾਰ ਹੋਈ ਸੀ? ਫ੍ਰੈਂਚ ਦੇ ਵਿੱਚ ਹੋਈ ਸੀ।
ਤੇ ਅਨਵਰ ਉਦੀਨ ਜੋ ਕਾਰਨੈਟਿਕ ਦਾ ਨਵਾਬ ਸੀ, ਜੋ ਇੰਗਲਿਸ਼ ਦੀ ਹੈਲਪ ਕਰ ਰਿਹਾ ਸੀ ਪਹਿਲੀ ਕਾਰਨੈਟਿਕ ਵਾਰ ਦੇ ਵਿੱਚ, ਠੀਕ ਹੈ ਜੀ, ਉਹਨਾਂ ਦੇ ਵਿੱਚ ਆ ਗਏ। ਬੇਸਿਕਲੀ ਕੀ ਹੋਇਆ ਸੀ, ਅਦਿਆਰ ਰਿਵਰ ਹੈ ਜੀ ਇੱਕ, ਤਾਮਿਲਨਾਡੂ ਦੇ ਵਿੱਚ ਪੈਂਦੀ ਹੈ, ਉਸ ਦੇ ਕੰਢੇ ਤੇ ਇਹ ਜੰਗ ਲੜੀ ਗਈ ਸੀ। ਇਹਦੇ ਵਿੱਚ ਕੀ ਹੋਇਆ ਸੀ, ਜਿਹੜਾ ਕਾਰਨੈਟਿਕ ਦਾ ਨਵਾਬ ਸੀ ਉਸਨੇ ਅਟੈਕ ਕਰ ਦਿੱਤਾ ਸੀ ਫ੍ਰੈਂਚ ਤੇ, ਠੀਕ ਹੈ। ਫ੍ਰੈਂਚ ਦਾ ਕੈਪਟਨ ਸੀ ਪੈਰਾਡਿਸ, ਕਾਰਨੈਟਿਕ ਦਾ ਨਵਾਬ ਸੀ ਜੀ ਅਨਵਰ ਉਦੀਨ। ਕੈਪਟਨ ਪੈਰਾਡਿਸ ਕੋਲੇ 350 ਫ੍ਰੈਂਚ ਸੋਲਜਰ ਸਨ, ਪਲੱਸ 700 ਦੇ ਕਰੀਬ ਇੰਡੀਅਨ ਸਿਪਾਹੀ ਸਨ, ਦੇਸੀ ਸਿਪਾਹੀ ਸਨ, ਠੀਕ ਹੈ। ਕਾਰਨੈਟਿਕ ਦਾ ਜਿਹੜਾ ਨਵਾਬ ਸੀ ਅਨਵਰ ਉਦੀਨ, ਠੀਕ ਹੈ ਜੀ, ਉਸ ਦੇ ਕੋਲੇ 10,000 ਦੇ ਕਰੀਬ ਸੈਨਾ ਸੀ, ਜਿਹਦੇ ਵਿੱਚ ਇਨਫੈਂਟਰੀ, ਪੈਦਲ ਸੈਨਾ ਤੇ ਕਵੈਲਰੀ ਘੋੜਸਵਾਰ ਸੈਨਾ ਵੀ ਸ਼ਾਮਲ ਸੀ, ਠੀਕ ਹੈ ਜੀ। ਤਾਂ ਸਿੱਧਾ ਦਿਸ ਰਿਹਾ ਫ੍ਰੈਂਚ ਬਹੁਤ ਘੱਟ ਸਨ, ਅਨਵਰ ਉਦੀਨ ਦੀ ਸੈਨਾ ਬਹੁਤ ਜ਼ਿਆਦਾ ਸੀ। ਇੱਕ ਤਾਂ ਹੁੰਦਾ ਹੈ ਕਿ ਆਪਾਂ ਕੋਈ ਕਿਲਾ ਡਿਫੈਂਡ ਕਰ ਰਹੇ ਹਾਂ ਤਾਂ ਉਸ ਦੇ ਵਿੱਚ ਅਸੀਂ ਘੱਟ ਨਾਲ ਵੀ ਚਲਾ ਲੈਂਦੇ ਹਾਂ ਗੱਲ, ਠੀਕ ਹੈ। ਇੱਕ ਹੁੰਦੀ ਆ ਆਮਣ ਸਾਹਮਣੇ ਦੀ ਲੜਾਈ, ਤੇ ਜਿਹੜੀ ਸੇਂਟ ਥੋਮ ਦੀ ਬੈਟਲ ਸੀ ਇਹ ਆਮਣ ਸਾਹਮਣੇ ਦੀ ਲੜਾਈ ਸੀ, ਠੀਕ ਹੈ। ਇਸ ਆਮਣੇ ਸਾਹਮਣੇ ਦੀ ਲੜਾਈ ਦੇ ਵਿੱਚ ਕੀ ਹੋਇਆ, ਕੈਪਟਨ ਪੈਰਾਡਿਸ ਦੀ ਫੌਜ ਨੇ ਅਨਵਰ ਉਦੀਨ ਦੀ ਫੌਜ ਨੂੰ ਬੜੀ ਭੈੜੀ ਹਾਰ ਦਿੱਤੀ। ਰਿਲੇਟਿਵਲੀ ਦੇਖੋ ਤਾਂ ਇੱਕ ਦੇ ਮੁਕਾਬਲੇ 10 ਬੰਦੇ ਸਨ ਉਹਨਾਂ ਕੋਲੇ, ਕੋਈ ਗੁਰਿੱਲਾ ਯੁੱਧ ਵੀ ਨਹੀਂ ਹੋ ਰਿਹਾ, ਕੋਈ ਕਿਲੇ ਦੇ ਵਿੱਚ ਵੀ ਨਹੀਂ ਇਹ ਛੁਪੇ ਬੈਠੇ ਕਿ ਬਾਹਰੋਂ ਉਹਨੂੰ ਸੀਜ਼ ਪਾਈ ਆ, ਕੱਢਣੇ ਔਖੇ ਨੇ। ਆਮਣ ਸਾਹਮਣੇ ਦੀ ਲੜਾਈ ਦੇ ਵਿੱਚ ਪੈਰਾਡਿਸ ਨੇ ਸਿਰਫ 350 ਫ੍ਰੈਂਚ ਸਿਪਾਹੀ ਤੇ 700 ਇੰਡੀਅਨ ਸਿਪਾਹੀ ਦੇ ਨਾਲ ਉਸਦੇ 10,000 ਦੀ ਸੈਨਾ ਨੂੰ ਮਾਰ ਦੇ ਦਿੱਤੀ। ਕਿਵੇਂ ਦੇ ਦਿੱਤੀ, ਕੀ ਕਾਰਨ ਸਨ, ਇਹਦੇ ਕਾਰਨ ਛਿਪੇ ਨੇ ਜੀ ਟੈਕਨੋਲੋਜੀ ਦੇ ਵਿੱਚ, ਠੀਕ ਹੈ। ਉਸ ਸਮੇਂ ਤੇ ਇੰਡੀਅਨਸ ਆਪਦੇ ਟ੍ਰੈਡੀਸ਼ਨਲ ਹਥਿਆਰ ਤੇ ਟ੍ਰੈਡੀਸ਼ਨਲ ਬੰਦੂਕਾਂ ਯੂਜ਼ ਕਰਦੇ ਸਨ। ਉਸ ਸਮੇਂ ਦੀ ਜਿਹੜੀ ਟੈਕਨੋਲੋਜੀ ਐਡਵਾਂਸ, ਉਸ ਸਮੇਂ ਦੀ ਜਿਹੜੀਆਂ ਬੰਦੂਕਾਂ ਸੀ ਉਹਨਾਂ ਨੂੰ ਕਿਹਾ ਜਾਂਦਾ ਸੀ ਫਲਿੰਟ ਲੌਕ ਮਸਕਿਟਸ। ਮਸਕਿਟ ਬੇਸਿਕਲੀ ਕਾਫੀ ਵੱਡੀ ਸਾਰੀ ਜੇ ਅਸੀਂ ਫਿਲਮਾਂ 'ਚ ਵੇਖੀ ਹੋਊਗੀ, ਪੁਰਾਣੀਆਂ ਰਫਲਾਂ ਹੁੰਦੀਆਂ ਨੇ 6-6 7-7 ਫੁੱਟ ਦੀਆਂ, ਤਾਂ ਉਹਨਾਂ 'ਤੇ ਇੱਕ ਫਲਿੰਟ ਲੌਕ ਮਕੈਨਿਜ਼ਮ ਲੱਗਿਆ ਹੁੰਦਾ ਸੀ। ਬੇਸਿਕਲੀ ਕੀ ਸੀ, ਉਹ ਨਵੀਂ ਤਰ੍ਹਾਂ ਦੇ ਹਥਿਆਰ ਸਨ, ਠੀਕ ਹੈ। ਇੰਡੀਅਨ ਕੋਲੇ ਪੁਰਾਣੀ ਤਰ੍ਹਾਂ ਦੇ ਹਥਿਆਰ ਸਨ, ਪਲੱਸ ਜਿਹੜੀ ਇਹਨਾਂ ਦੀ ਆਰਟਿਲਰੀ ਸੀ ਉਹ ਮੋਬਾਈਲ ਸੀ। ਮੋਬਾਈਲ ਤੋਂ ਭਾਵ ਕੀ ਆ, ਉਹ ਮੂਵ ਕਰ ਸਕਦੀ ਸੀ ਬਹੁਤ ਜਲਦੀ। ਇੰਡੀਅਨ ਦੀ ਆਰਟਿਲਰੀ ਹੈਵੀ ਸੀ, ਉਹ ਮੂਵ ਨਹੀਂ ਕਰ ਸਕਦੀ ਸੀ, ਠੀਕ ਹੈ। ਤਾਂ ਮੋਬਾਈਲ ਆਰਟਿਲਰੀ ਤੇ ਆਪਣੀ ਫਲਿੰਟ ਲੌਕ ਮਸਕਿਟਸ ਦੇ ਦਮ ਤੇ ਯੂਰਪ ਦੇ ਯੁੱਧਾਂ ਵਿੱਚ ਵਰਤਿਆ ਜਾਣ ਵਾਲਾ ਬਹੁਤ ਆਮ ਟੈਕਟਿਕ ਆ ਕਿ ਛੋਟੀ ਫੌਜ ਕੀ ਕਰਦੀ ਆ, ਇੱਕ ਵਾਰ ਆਪਣੀ ਆਰਟਿਲਰੀ ਤੇ ਬੰਦੂਕਾਂ ਦੇ ਨਾਲ ਅਟੈਕ ਕਰਦੀ ਆ ਤੇ ਵੱਡੀ ਫੌਜ ਦਾ ਜਿਹੜੀ ਲਾਈਨ ਆ ਉਹਨੂੰ ਤੋੜ ਦਿੰਦੀ ਹੈ। ਜੇ ਅਸੀਂ ਪੁਰਾਣੀਆਂ ਇੰਗਲਿਸ਼ ਫਿਲਮਾਂ ਦੇਖੀਆਂ ਜਾਂ ਜੰਗਾਂ ਵਾਲੀਆਂ ਫਿਲਮਾਂ ਤੁਸੀਂ ਵੇਖੀਆਂ ਹੋਣਗੀਆਂ, ਉਹ 'ਚ ਰਾਜਾ ਇੱਕੋ ਹੀ ਗੱਲ ਵਾਰ-ਵਾਰ ਕਰ ਰਿਹਾ ਕਿ ਲੈਂਡ ਬਣਾਓ, ਲੈਂਡ ਬਣਾਓ, ਲੈਂਡ ਬਣਾਓ, ਠੀਕ ਹੈ। ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਫੌਜ ਨੂੰ ਕੰਟਰੋਲ ਕਰਨ ਲਈ ਉਹਦੀ ਫਾਰਮੇਸ਼ਨ ਕੰਟਰੋਲ ਕਰਨੀ ਹੁੰਦੀ ਸੀ। ਜਦੋਂ ਫਾਰਮੇਸ਼ਨ ਟੁੱਟੀ ਤਾਂ ਕਮਾਂਡ ਥੱਲੇ ਸੈਨਿਕਾਂ ਤੱਕ ਨਹੀਂ ਪਹੁੰਚਦੀ ਸੀ, ਫਿਰ ਵੱਡੀ ਸੈਨਾ ਵੀ ਹਾਰ ਜਾਂਦੀ ਸੀ। ਬੇਸਿਕਲੀ ਇਤਿਹਾਸ ਦੇ ਥਰੂ ਆਊਟ ਜੇ ਅਸੀਂ ਵੇਖਦੇ ਆਈਏ ਤਾਂ ਵੱਡੀਆਂ ਸੈਨਾਵਾਂ ਹੀ ਜ਼ਿਆਦਾ ਹਾਰੀਆਂ ਨੇ, ਠੀਕ ਹੈ। 1526 ਦੇ ਵਿੱਚ ਪਾਣੀਪਤ ਦੀ ਪਹਿਲੀ ਜੰਗ ਹੋਈ ਸੀ, ਜਿਹਦੇ ਵਿੱਚ ਇਬਰਾਹਿਮ ਲੋਧੀ ਕੋਲੇ ਐਜ਼ ਕੰਪੇਅਰ ਟੂ ਬਾਬਰ ਬਹੁਤ ਵੱਡੀ ਫੌਜ ਸੀ, ਪਰ ਬਾਬਰ ਨੇ ਆਪਣੀ ਫੌਜ ਨੂੰ ਚੰਗੀ ਤਰ੍ਹਾਂ ਕੰਟਰੋਲ ਕੀਤਾ, ਇਬਰਾਹਿਮ ਲੋਧੀ ਹਾਰ ਗਿਆ। ਇਸੇ ਤਰ੍ਹਾਂ ਹੀ ਇਹਦੇ ਵਿੱਚ ਆਪਣੀ ਫਲਿੰਟ ਲੌਕ ਮਸਕਿਟਸ ਤੇ ਮੋਬਾਈਲ ਆਰਟਿਲਰੀ ਦੇ ਦਮ ਤੇ ਇਹਨਾਂ ਨੇ ਇੱਕੋ ਦਮ ਇਹਨਾਂ ਤੇ ਅਟੈਕ ਕੀਤਾ, ਇਹਨਾਂ ਦੀਆਂ ਲਾਈਨਾਂ ਤੋੜ ਦਿੱਤੀਆਂ, ਹਫੜਾ ਦਫੜੀ ਮਚਾ ਦਿੱਤੀ ਤੇ ਅਨਵਰ ਉਦੀਨ ਨੂੰ ਹਰਾ ਦਿੱਤਾ। ਇਹ ਬਹੁਤ ਵੱਡੀ ਆਈ ਓਪਨਿੰਗ ਸੀ ਇੰਡੀਅਨਸ ਲਈ ਵੀ ਤੇ ਯੂਰਪੀਅਨ ਪਾਵਰਸ ਲਈ ਵੀ। ਯੂਰਪੀਅਨ ਪਾਵਰਸ ਲਈ ਕੀ ਆਈ ਓਪਨਿੰਗ ਸੀ ਕਿ ਜੇ ਅਸੀਂ ਡਿਸਪਲਿਨਡ ਆਰਮੀ ਰੱਖਾਂਗੇ ਤੇ ਮਾਡਰਨ ਉਹਨਾਂ ਦੇ ਵੈਪਨਸ ਰੱਖਾਂਗੇ ਤਾਂ ਅਸੀਂ ਬਹੁਤ ਛੋਟੀ ਫੌਜ ਦੇ ਨਾਲ ਹੀ ਇੰਡੀਅਨਸ ਨੂੰ ਹਰਾ ਸਕਦੇ ਹਾਂ। ਬੇਸਿਕਲੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਇੰਡੀਅਨਸ ਦੀ ਹਜੇ ਜਿਹੜੀ ਵਾਰਫੇਅਰ ਆ ਉਹ ਇੰਨੀ ਮਾਡਰਨਾਈਜ਼ ਨਹੀਂ ਆ, ਠੀਕ ਹੈ। ਤਾਂ ਭਾਰਤੀ ਮਿਲਟਰੀ ਸਿਸਟਮ ਦੀਆਂ ਖਾਮੀਆਂ ਉੱਭਰ ਕੇ ਸਾਹਮਣੇ ਆ ਗਈਆਂ। ਕੌਨਫੀਡੈਂਸ ਮਿਲਿਆ ਸਾਰੇ ਯੂਰਪੀਅਨਸ ਪਾਵਰ ਨੂੰ ਕਿ ਅਸੀਂ ਥੋੜ੍ਹੇ ਬੰਦੇ ਵੀ ਇਹਨਾਂ ਨੂੰ ਓਵਰਕਮ ਕਰ ਸਕਦੇ ਹਾਂ, ਅਤੇ ਇੰਡੀਅਨਸ ਨੂੰ ਵੀ ਪਤਾ ਲੱਗ ਗਿਆ ਕਿ ਉਹਨਾਂ ਕੋਲ ਕਿੰਨੇ ਮਾਡਰਨ ਵੈਪਨ ਨੇ ਅਤੇ ਕਿੱਥੇ ਕਿੱਥੇ ਉਹ ਸਾਨੂੰ ਮਾਰ ਕਰ ਰਹੇ ਨੇ, ਠੀਕ ਹੈ ਜੀ। ਤਾਂ ਮੋਰਾਲ ਦੀ ਗੇਮ ਹੁੰਦੀ ਹੈ ਬੇਸਿਕਲੀ ਜਦੋਂ ਅਸੀਂ ਜੰਗ ਲੜਦੇ ਹਾਂ। ਤਾਂ ਇਸ ਬੈਟਲ ਨੇ ਭਾਰਤ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਯੂਰਪੀਅਨ ਪਾਵਰ ਦੇ ਅੱਗੇ। ਹੁਣ ਯੂਰਪੀਅਨ ਪਾਵਰਸ ਨੂੰ ਸਮਝ ਆ ਗਿਆ ਕਿ ਜੇ ਅਸੀਂ ਠੀਕ ਤਰੀਕੇ ਨਾਲ ਚੱਲਾਂਗੇ, ਡਿਸਪਲਿਨਡ ਆਰਮੀ ਰੱਖਾਂਗੇ ਤਾਂ ਬਹੁਤ ਜਲਦ ਅਸੀਂ ਭਾਰਤ 'ਤੇ ਕਬਜ਼ਾ ਕਰ ਸਕਦੇ ਹਾਂ। ਇਸ ਬੈਟਲ ਤੋਂ ਬਾਅਦ ਵਪਾਰਕ ਮਨਸ਼ਾਵਾਂ ਘਟਦੀਆਂ ਗਈਆਂ ਕੰਪਨੀ ਦੀਆਂ, ਦੋਵਾਂ ਦੀਆਂ, ਫ੍ਰੈਂਚ ਤੇ ਇੰਗਲਿਸ਼ ਦੀਆਂ,
ਤੇ ਉਹਨਾਂ ਦੀਆਂ ਰਾਜਨੀਤਿਕ ਮਨਸ਼ਾਵਾਂ ਵੱਧ ਗਈਆਂ। ਠੀਕ ਹੈ ਜੀ। ਤਾਂ ਇਹ ਸੀਗੀ ਜੀ ਪਹਿਲੀ ਕਾਰਨੈਟਿਕ ਵਾਰ, ਜਿਹਦੇ ਵਿੱਚ ਸੇਂਟ ਥੋਮ ਦੀ ਬੈਟਲ ਇੰਪੋਰਟੈਂਟ ਹੈ। ਠੀਕ ਹੈ, ਸੇਂਟ ਥੋਮ ਦੀ ਬੈਟਲ ਇੰਪੋਰਟੈਂਟ ਹੈ, ਟ੍ਰੀਟੀ ਇੰਪੋਰਟੈਂਟ ਹੈ, ਤੇ ਮਦਰਾਸ ਬੈਕ ਦਿੱਤੇ ਜਾਣਾ ਇੰਪੋਰਟੈਂਟ ਹੈ। ਠੀਕ ਹੈ ਜੀ। ਹੁਣ ਚੱਲਦੇ ਹਾਂ ਅਸੀਂ ਦੂਜੀ ਕਾਰਨੈਟਿਕ ਵਾਰ ਤੇ। ਦੂਜੀ ਕਾਰਨੈਟਿਕ ਵਾਰ ਦਾ ਜਿਹੜਾ ਸਮਾਂ ਹੈ ਜੀ ਉਹ ਹੈ 1749 ਤੋਂ 54 ਤੱਕ। 48 ਦੇ ਵਿੱਚ ਐਕਸ-ਲਾ-ਚਪੈਲ ਦੀ ਟ੍ਰੀਟੀ ਹੋਈ ਹੈ। ਉਸ ਨੂੰ ਹੋਏ ਨੂੰ ਹਜੇ 1 ਸਾਲ ਹੀ ਹੋਇਆ ਨਹੀਂ ਹੈ ਚੰਗੀ ਤਰ੍ਹਾਂ, ਕਿ ਹੁਣ ਦੂਜੀ ਜੰਗ ਹੋਣੀ ਸਟਾਰਟ ਹੋ ਗਈ ਆ। ਪਹਿਲੀ ਜੰਗ ਦੇ ਵਿੱਚ ਉਕਸਾਉਣ ਵਾਲੀ ਧਿਰ ਇੰਗਲਿਸ਼ ਸੀ, ਦੂਜੀ ਜੰਗ ਦੇ ਵਿੱਚ ਉਕਸਾਉਣ ਵਾਲੀ ਧਿਰ ਫਰੈਂਚ ਸੀ, ਕਿਉਂਕਿ ਫਰੈਂਚ ਨੂੰ ਹੁਣ ਉਹਨਾਂ ਦੇ ਬਰਾਬਰ ਦੇ ਹੋ ਚੁੱਕੇ ਨੇ, ਤੇ ਉੱਥੋਂ ਦਾ ਜਿਹੜਾ ਹੁਣ ਉਹਨਾਂ ਦਾ ਜਿਹੜਾ ਮਹੱਤਵਕਾਂਸ਼ੀ ਹੈ, ਠੀਕ, ਗਵਰਨਰ ਹੈ ਡੁਪਲੈਕਸ, ਉਹ ਚਾਹੁੰਦਾ ਕਿ ਫਰੈਂਚ ਪਾਵਰ ਨੂੰ ਹੋਰ ਵਧਾਇਆ ਜਾਵੇ। ਸ਼ੁਰੂ ਹੋਣ ਦੇ ਕਾਰਨ ਕੀ ਬਣੇ? ਹੈਦਰਾਬਾਦ ਤੇ ਕਾਰਨੈਟਿਕ, ਇਹੀ ਦੋ ਕਾਰਨ ਸਨ। ਇੱਥੋਂ ਦੇ ਲੋਕਲ ਰੂਲਰਾਂ ਦੇ ਆਪਸੀ ਰੌਲੇ। ਠੀਕ ਹੈ ਜੀ। ਹੋਇਆ ਕਿ ਹੈਦਰਾਬਾਦ ਦੇ ਵਿੱਚ ਆਸਿਫ ਜਹਾਂ ਦੀ ਮੌਤ ਹੋ ਗਈ, ਜਿਹੜਾ ਪਹਿਲਾਂ ਹੀ ਬਜ਼ੁਰਗ ਹੋਇਆ ਪਿਆ ਸੀ। ਠੀਕ ਹੈ ਜੀ। ਆਸਿਫ ਜਹਾਂ ਦਾ ਜਿਹੜਾ ਬੇਟਾ ਸੀ ਉਸ ਦਾ ਨਾਂ ਸੀ ਨਾਸਿਰ ਜੰਗ। ਇਸ ਦਾ ਅੱਗੇ ਬੇਟਾ ਸੀ ਮੁਜ਼ੱਫਰ ਜੰਗ। ਠੀਕ ਹੈ। ਆਸਿਫ ਜਹਾਂ ਦੀ ਮੌਤ ਹੋ ਗਈ ਤਾਂ ਨਾਸਿਰ ਜੰਗ ਦਾ ਗੱਦੀ ਤੇ ਬੈਠਣਾ ਓਬਵੀਅਸ ਸੀ। ਠੀਕ ਹੈ। ਪਰ ਸੱਤਾ ਲੜਨ ਲਈ ਮਜਬੂਰ ਕਰ ਦਿੰਦੀ ਆ ਪਿਓ ਤੇ ਪੁੱਤ ਨੂੰ ਵੀ। ਮੁਜ਼ੱਫਰ ਜੰਗ ਕਹਿੰਦਾ ਜੀ ਮੈਂ ਨਵਾਬ ਬਣਨਾ। ਠੀਕ ਹੈ। ਮੁਗਲ ਬੇਸਿਕਲੀ ਉਦੋਂ ਤੱਕ ਆਪਣੀ ਪਾਵਰ ਖੋ ਚੁੱਕੇ ਨੇ ਬਿਲਕੁਲ, ਪਰ ਮੁਜ਼ੱਫਰ ਜੰਗ ਕਹਿੰਦਾ ਹੈ ਕਿ ਮੁਗਲ ਹਜੇ ਵੀ ਨੋਮੀਨਲ ਹੈਡ ਨੇ ਭਾਰਤ ਦੇ। ਮੁਗਲ ਜਿਹੜਾ ਐਂਪਰਰ ਆ ਉਹਨੇ ਮੈਨੂੰ ਬਣਾਇਆ ਨਿਜ਼ਾਮ ਇੱਥੋਂ ਦਾ, ਨਾਸਿਰ ਜੰਗ ਨਹੀਂ ਹੈ, ਤਾਂ ਮੇਰਾ ਗੱਦੀ ਤੇ ਹੱਕ ਹੈ ਆਸਿਫ ਜਹਾਂ ਦੀ ਤੇ। ਠੀਕ ਹੈ। ਬੇਸਿਕਲੀ ਪਰਿਵਾਰਕ ਰੌਲਾ ਸੀ ਉਹਨਾਂ ਦਾ, ਪਰ ਰਾਜਨੀਤਿਕ ਰੌਲਾ ਹੋਣ ਕਾਰਨ ਬਾਹਰਲੀਆਂ ਧਿਰਾਂ ਨੇ ਸਪੋਰਟ ਕਰਨੀ ਸਟਾਰਟ ਕਰ ਦਿੱਤੀ। ਇੰਗਲਿਸ਼ ਨੇ ਨਾਸਿਰ ਜੰਗ ਨੂੰ ਸਪੋਰਟ ਕੀਤਾ। ਠੀਕ ਹੈ। ਤੇ ਫਰੈਂਚ ਨੇ ਮੁਜ਼ੱਫਰ ਜੰਗ ਨੂੰ। ਠੀਕ ਹੈ। ਇਹ ਤਾਂ ਸੀ ਪਹਿਲਾ ਰੌਲਾ। ਦੂਜਾ ਰੌਲਾ ਸੀਗਾ ਕਾਰਨੈਟਿਕ ਦੇ ਨਵਾਬ ਦਾ। ਕਾਰਨੈਟਿਕ ਦੇ ਵਿੱਚ ਅਸੀਂ ਪਹਿਲਾਂ ਹੀ ਦੇਖਿਆ, ਉੱਥੋਂ ਦਾ ਨਵਾਬ ਅਨਵਰਉਦੀਨ ਜਿਹੜਾ ਪਹਿਲੀ ਬੈਟਲ ਦੇ ਵਿੱਚ ਬੁਰੀ ਤਰ੍ਹਾਂ ਹਾਰਿਆ ਸੀ, ਉਹ ਸੀ। ਤੇ ਇੱਕ ਹੋਰ ਕੰਟੈਂਡਰ ਉੱਠ ਕੇ ਖੜਾ ਹੋ ਗਿਆ ਜੀ, ਚੰਦਾ ਸਾਹਿਬ। ਦੂਜੇ ਪਾਸੇ ਆਪਣਾ ਉਹੀ ਪੁਰਾਣਾ ਬੰਦਾ ਅਨਵਰਉਦੀਨ। ਠੀਕ ਹੈ। ਚੰਦਾ ਸਾਹਿਬ ਕਹਿੰਦਾ ਕਾਰਨੈਟਿਕ ਦੇ ਨਵਾਬ ਦੀ ਗੱਦੀ ਮੇਰੀ ਹੈ, ਅਨਵਰਉਦੀਨ ਕਹਿੰਦਾ ਮੇਰੀ ਹੈ। ਇੱਧਰ ਵੀ ਕੀ ਹੋਇਆ? ਫਰੈਂਚ ਨੇ ਚੰਦਾ ਸਾਹਿਬ ਨੂੰ ਸਪੋਰਟ ਕਰਤਾ, ਇੰਗਲਿਸ਼ ਨੇ ਕਿਹਨੂੰ? ਅਨਵਰਉਦੀਨ ਨੂੰ ਕਰਤਾ। ਬੇਸਿਕਲੀ ਤੁਸੀਂ ਦੇਖੋਗੇ ਕਿ ਹੁਣ ਯੂਰਪੀਅਨ ਪਾਵਰ ਆਪਣੇ ਟ੍ਰੇਡ ਨੂੰ ਤਾਂ ਸੁਰੱਖਿਅਤ ਰੱਖਣਾ ਹੀ ਚਾਹੁੰਦੇ ਨੇ, ਰਾਜਨੀਤਿਕ ਮਾਮਲਿਆਂ 'ਚ ਵੀ ਦਖਲ ਦੇਣਾ ਸਟਾਰਟ ਕਰ ਚੁੱਕੇ ਨੇ, ਪਤਾ ਲੱਗ ਚੁੱਕਿਆ ਉਹਨਾਂ ਨੂੰ। ਠੀਕ ਹੈ। ਤਾਂ ਸਕਸੈਸ਼ਨ ਦੀ ਜੰਗ ਸੀ ਇਹ। ਜੰਗ ਹੌਲੀ ਹੌਲੀ ਇੰਗਲਿਸ਼ ਤੇ ਫਰੈਂਚ ਦੀ ਆਪਸੀ ਜੰਗ ਬਣ ਗਈ। ਰੌਲਾ ਇਹਨਾਂ ਦਾ ਆਪਦਾ ਹੀ ਹੈ, ਪਰ ਸਪੋਰਟ ਉਹਨਾਂ ਦੀ ਕਰ ਰਹੇ ਨੇ। ਠੀਕ ਹੈ ਜੀ। ਤਾਂ ਇਸ ਜੰਗ ਦੇ ਵਿੱਚ ਜਿਹੜੀ ਸਾਰਿਆਂ ਨੂੰ ਪਹਿਲੀ ਪ੍ਰਮੁੱਖ ਘਟਨਾ ਹੁੰਦੀ ਹੈ 1749 ਦੇ ਵਿੱਚ ਹੁੰਦੀ ਹੈ। 1749 ਦੇ ਵਿੱਚ ਕੀ ਹੁੰਦਾ ਜੀ? ਫਰੈਂਚ, ਮੁਜ਼ੱਫਰ ਜੰਗ ਤੇ ਚੰਦਾ ਸਾਹਿਬ ਦੀਆਂ ਫੌਜਾਂ ਮਿਲ ਕੇ ਅਨਵਰਉਦੀਨ ਨੂੰ ਖਤਮ ਕਰ ਦਿੰਦੀਆਂ ਨੇ। ਅਨਵਰਉਦੀਨ ਵੀ ਮਰ ਜਾਂਦਾ ਤੇ ਉਹਦੀ ਜਿਹੜੀ ਫੌਜ ਹੈ ਉਹ ਵੀ ਖਤਮ ਕਰ ਦਿੱਤੀ ਜਾਂਦੀ ਹੈ। ਠੀਕ ਹੈ ਜੀ। ਫਰੈਂਚ ਬੜੀ ਛੇਤੀ ਇਹ ਵਾਰ ਦੇ ਵਿੱਚ ਲੀਡ ਲੈਂਦੇ ਨੇ ਡੁਪਲੈਕਸ ਦੇ ਅੰਡਰ। ਠੀਕ ਹੈ। ਡੁਪਲੈਕਸ ਬੰਦਾ ਬੜਾ ਮਹੱਤਵਕਾਂਸ਼ੀ ਸੀ ਤੇ ਬੜਾ ਸਕੀਮੀ ਵੀ ਸੀ। ਠੀਕ ਹੈ। ਕਿਵੇਂ ਸਕੀਮੀ ਸੀ ਆਪਾਂ ਅੱਗੇ ਦੇਖਦੇ ਹਾਂ। ਠੀਕ ਹੈ। ਹੈਦਰਾਬਾਦ ਵਾਲੇ ਇਸ਼ੂ 'ਚ ਵੀ ਫਰੈਂਚ ਦੀ ਸ਼ੁਰੂਆਤੀ ਜਿੱਤ ਹੁੰਦੀ ਹੈ। ਕੀ ਹੁੰਦਾ ਜੀ? ਮੁਜ਼ੱਫਰ ਜੰਗ ਨੂੰ ਗੱਦੀ ਮਿਲ ਜਾਂਦੀ ਹੈ। ਇੱਧਰ ਚੰਦਾ ਸਾਹਿਬ ਨੂੰ ਕਾਰਨੈਟਿਕ ਦੀ ਮਿਲ ਜਾਂਦੀ ਹੈ। ਤਾਂ ਫਰੈਂਚ ਦੀ ਹਰ ਪਾਸੇ ਚਾਂਦੀ ਹੈ। ਠੀਕ ਹੈ। ਹੁਣ ਇਸ ਮੌਕੇ ਨੂੰ ਡੁਪਲੈਕਸ ਕਿਵੇਂ ਬਣਾਉਂਦਾ ਹੈ? ਠੀਕ ਹੈ। ਬੇਸਿਕਲੀ ਅੱਗੇ ਜਾ ਕੇ ਸਾਰੀਆਂ ਯੂਰਪੀਅਨ ਪਾਵਰਸ ਇਸ ਚੀਜ਼ ਨੂੰ ਇਸਤੇਮਾਲ ਕਰਨਗੀਆਂ। ਠੀਕ ਹੈ ਜੀ। ਮੁਜ਼ੱਫਰ ਜੰਗ ਜਦੋਂ ਹੈਦਰਾਬਾਦ ਦਾ ਨਵਾਬ ਬਣਦਾ ਹੈ, ਠੀਕ ਹੈ ਜੀ, ਤਾਂ ਬਸੀ ਕੈਪਟਨ ਇੱਕ ਉੱਥੋਂ ਦਾ ਜਰਨਲ ਸੀਗਾ ਫਰੈਂਚ ਦਾ, ਉਹਦੇ ਅੰਡਰ ਹੈਦਰਾਬਾਦ ਦੇ ਵਿੱਚ ਇੱਕ ਫਰੈਂਚ ਗੈਰੀਸਨ, ਫਰੈਂਚ ਸੈਨਾ ਦੀ ਟੁਕੜੀ ਡੁਪਲੈਕਸ ਭੇਜਦਾ ਜੋ ਉਸਦੇ ਖਰਚੇ 'ਤੇ ਉੱਥੇ ਰਹੇਗੀ। ਠੀਕ ਹੈ ਜੀ। ਤਾਂ ਇੱਕ ਤਰ੍ਹਾਂ ਦਾ ਸਬਸਿਡਰੀ ਅਲਾਇੰਸ
कि उत्थों के राजे हुण पहला कित्थे राजे फ्रेंच ਜਾਂ इंग्लिश की सपोर्ट करते सी, हुण राजिਆਂ ਨੂੰ फ्रेंच ਜਾਂ इंग्लिश सपोर्ट कर रहे हैं, तो अपने सबसाइड कर लिया उन्होंने, सबसिडरी अलायंस दे विच लै लिया। नाम हजे ऑफिशियल नहीं है, पर इतिहासकार कहते हैं कि चीज़ स्कीम शुरू करने वाला बंदा डुप्लैक्स सी। इस तो ही इंग्लिश ने प्रेरणा ली। ठीक है, तो की है वो एक फ्रेंच गैरीसन कैप्टन बसी के अंडर हैदराबाद दे विच रखते हैं। मुजफ्फर जंग जिहड़ा उत्थों का रूलर बन चुका है। ट्रेड कंसैशनस भी लेंदे ने क्योंकि उन्होंने जिताउण दे विच फ्रेंच ने मदद की सी। उड़ीसा के कोस्ट ते मसूलीपट्टनम ते उन्होंने ट्रेड कंसैशन मिलदियां ने, प्लस कृष्णा रिवर का साउथ वाला इलाका फ्रेंच कोले चला जाता है। ठीक है, तो लोकल रूलर नूं हैल्प करने के बदले स्कीम नाल उस तो कंसैशनस लईआं गईआं ते फ्रेंच अपर हैंड दे विच ने। ठीक है, फ्रेंच अपर हैंड दे विच ने। इत्थे एक बंदे की एंट्री होंदी है जी, जिन्हें भारत के इतिहास नूं शेप करने दे विच बड़ी महत्वपूर्ण भूमिका निभाई, क्लाइव। ठीक है, क्लाइव बेसिकली तुहानूं दस देवां पहला एक क्लर्क ही हुंदा सी। ठीक है, हौली 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 वो पावर दे विच उपर उठिया। ठीक है, कहानियां तो इत्थों तक ने कि एक बार उसने कहते हैं कि खुदकुशी करने की भी कोशिश की सी, पर पिस्तौल चली नहीं, जिस तो बाद उसने सैना दे विच अपना हथ जमाउण दा फैसला किया। ठीक है, तो हुण आ जाता है इंग्लिश का लीडर है क्लाइव। ठीक है, लॉर्ड क्लाइव भी जिन्होंने आप अगे जाके जाणांगे। ठीक है, हुण हैदराबाद दे विच जित चुके ने। होर भी लोकल रूलर ये शामिल सन, मैं तो मेन तरह ही दसियां। ठीक है, ठीक है, तो एक लोकल रूलर सी मुहम्मद अली, त्रिचनापल्ली दे विच सी। ठीक है, स्पैलिंग चैक कर लेना तुसीं, त्रिचनापल्ली साउथ दे विच एक शहर है। ठीक है, तो त्रिचनापल्ली विच मुहम्मद अली नूं चंदा साहब घेरा पाई बैठे ने। मुहम्मद अली, मुहम्मद अली जिहदी इंग्लिश मदद कर रहे हैं। ठीक है, चंदा साहब नूं पहले ही फ्रेंच मदद दे रहे हैं। ठीक है, तो चंदा साहब मुहम्मद अली नूं घेरा पाई बैठा है। ठीक है, तो इंग्लिश ने उन्होंने वादा किया सी असीं तैनूं मदद करांगे। ठीक है, लोकल रूलर नूं, पर मदद वो दे नहीं पा रहे। ठीक है, हुण की हुंदा है, क्लाइव की उस समय एंट्री होंदी है जंग दे विच, अंग्रेज़ों की हालत बुरी है। ठीक है, क्लाइव बड़ा ही एक क्लैवर प्लान बनाउंदा है। क्लैवर प्लान की बनाउंदा है, वो कहता है कि त्रिचनापल्ली विच चंदा साहब ने मुहम्मद अली नूं घेर रखिया। ठीक है, सीज़ कर रखिया। ठीक है, इंग्लिश की मदद मराठे भी कर रहे सन। इस बहुत सारे बेसिकली निक्के 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 रूलर सन। मेन गल समझने की कोशिश करो। वो कहता भी त्रिचनापल्ली तो जे असीं प्रैशर हटाउणा तो चंदा साहब नूं इत्थों हटाउणा पवेगा। हरा पा सकते नहीं, की करता है जी चंदा साहब कार्नैटिक के नवाब की राजधानी आ अरकट। हालांकि इंग्लिश बैकफुट ते ने, पर एक बोल्ड मूव चलता, अरकट ते कब्जा कर लेंदा इस जाके। ठीक है, 1751 की गल है जी। सिर्फ 210 बंदे लेके चलता हो, क्योंकि अरकट का नवाब चंदा साहब त्रिचनापल्ली च डेरे लाई बैठा। ठीक है, तो वही राजधानी जाके नप लेंदा। त्रिचनापल्ली तो जितनी पासे रही, चंदा साहब नूं अपनी फिक्र पै जाती है, पिछे अटैक हो गया। चंदा साहब त्रिचनापल्ली च आपदी अद्धी फोर्स या कुछ फोर्स का हिस्सा 4000 बंदे लैके वापस जाता ही अरकट च। ठीक है, हुण अरकट दे विच क्लाइव कोले सिर्फ 210 बंदे सन, पर वो चाहुंदा यही सी कि चंदा साहब त्रिचनापल्ली तो निकल के अरकट बन्नी नूं आ जाए, तां कि त्रिचनापल्ली दे मुहम्मद अली ते प्रैशर घट सके। ठीक है, हुण आ गया, पर अगे उहदा सामना भी करना। 53 दिन अरकट नूं घेरा पाई रखदा जी चंदा साहब। ठीक है, 53 दिन सीज चलदा जी। याद रखने की लोड़ नहीं, सुन लो कहानी वधिया, परफेक्ट भी याद रह जाएंगे। अरकट की सीज 1751 साल, लॉर्ड क्लाइव, ये चीज़ां याद रखनिया, पर याद तां ही रहनिया जे कहानी पता होगी। ठीक है, 53 दिन सीज चलता है अरकट का। चंदा साहब उन्होंने घेरी बैठा है कि मेरी राजधानी मैं अपनी छड़ा लवां, पर छड़ा नहीं पाता। ठीक है, 210 बंदियां नाल क्लाइव हुंदा जिहड़ा चंदा साहब नूं अरकट दे विच उलझाई रखदा। इन्ने नूं की है जिहड़ी मराठा रीइनफोर्समेंट पहुंचनी सी, वो त्रिचनापल्ली पहुंच जाती है। त्रिचनापल्ली च चंदा साहब के बंदे घट चुके हैं। त्रिचनापल्ली छड़ा लेंदे ने मुहम्मद अली तो, मुहम्मद अली नूं छड़ा लेंदे ने मराठा आके त्रिचनापल्ली चों। इत्थे चंदा साहब हार जाता, उदों बाद इकट्ठे होके अरकट बन्नी नूं चल पैंदे ने। अरकट च भी चंदा साहब की हार हुंदी है,
ਤਾਂ ਅਰਕਟ ਵੀ ਜਿੱਤ ਲੈਂਦੇ ਨੇ, ਤ੍ਰਿਚਨਾਪੱਲੀ ਵੀ ਜਿੱਤ ਲੈਂਦੇ ਨੇ, ਇੱਕ ਕਲੈਵਰ ਸਟ੍ਰੈਟਜੀ ਦੀ ਵਜ੍ਹਾ ਕਰਕੇ, ਕਲਾਈਵ ਦੀ ਸਟ੍ਰੈਟਜੀ, ਠੀਕ ਹੈ, ਕਿ ਉਸਨੇ ਜੰਗ ਦੇ ਵਿੱਚ ਜਦੋਂ ਇੰਗਲਿਸ਼ ਪਿੱਛੇ ਚੱਲ ਰਹੇ ਸਨ, ਬੋਲਡ ਮੂਵ ਲਈ ਉਹਨਾਂ 'ਤੇ ਅਟੈਕ ਕਰ ਦਿੱਤਾ ਅਤੇ ਤ੍ਰਿਚਨਾਪੱਲੀ ਨੂੰ ਰਿਲੀਵ ਕਰਾ ਲਿਆ, ਠੀਕ ਹੈ, ਅਤੇ 53 ਦਿਨ ਹੋਲਡ ਕਰਕੇ ਰੱਖਿਆ। ਇਸ ਹੋਲਡ ਨੇ ਨੈਸ਼ਨਲ ਹੀਰੋ ਬਣਾ ਦਿੱਤਾ ਇੰਗਲੈਂਡ ਦੇ ਵਿੱਚ, ਬ੍ਰਿਟੇਨ ਦੇ ਵਿੱਚ ਕਲਾਈਵ ਨੂੰ। ਠੀਕ ਹੈ, ਹੁਣ ਕਲਾਈਵ ਨੈਸ਼ਨਲ ਹੀਰੋ ਬਣ ਜਾਂਦਾ। ਗਾਂ 1752 ਦੇ ਵਿੱਚ ਕੀ ਹੁੰਦਾ ਹੈ ਜੀ, ਅਨਵਰ ਅਲੀ ਹਰੇ, ਮੁਹੰਮਦ ਅਲੀ ਹਰੇ ਚੰਦਾ ਸਾਹਿਬ ਨੂੰ ਵੀ ਘੇਰ ਲੈਂਦੇ ਨੇ ਜੀ ਹੌਲੀ ਹੌਲੀ ਸ੍ਰੀਰੰਗਾਪਟਨਮ ਦੇ ਵਿੱਚ, ਅਤੇ ਜਰਨਲ ਲਾ ਨਾਮ ਦਾ ਇੱਕ ਫਰਾਂਸੀਸੀ ਜਿਹੜਾ ਜਰਨਲ ਸੀ ਉਹਦੀ ਫੌਜ ਵੀ ਘਿਰ ਜਾਂਦੀ ਹੈ ਅਤੇ ਚੰਦਾ ਸਾਹਿਬ ਨੂੰ ਕਤਲ ਕਰ ਦਿੰਦਾ ਜੀ ਮੁਹੰਮਦ ਅਲੀ। ਠੀਕ ਹੈ, ਤਾਂ ਫਰੈਂਚ ਦੀ ਬੜੀ ਭਾਰੀ ਹਾਰ ਹੁੰਦੀ ਹੈ। ਠੀਕ ਹੈ, ਚੰਦਾ ਸਾਹਿਬ ਜਿਹੜਾ ਉਹਨਾਂ ਨੇ ਗੱਦੀ 'ਚ ਬਿਠਾਇਆ ਉਹਨੂੰ ਮਾਰ ਹੀ ਦਿੰਦੇ ਨੇ ਇੰਗਲਿਸ਼ ਮੁਹੰਮਦ ਅਲੀ ਦੇ ਨਾਲ ਮਿਲ ਕੇ। ਠੀਕ ਹੈ, ਇਸ ਸਮੇਂ 'ਤੇ ਜਿਹੜੀ ਫਰੈਂਚ ਗੌਰਮੈਂਟ ਆ ਉਹ ਗੈਂਬਲ ਕਰ ਜਾਂਦੀ ਹੈ। ਗੈਂਬਲ ਕੀ ਕਰ ਦਿੰਦੀ ਹੈ, ਡੁਪਲੈਕਸ ਉਹਨਾਂ ਨੂੰ ਵਧੀਆ ਕਮਾਂਡ ਦੇ ਰਿਹਾ ਸੀਗਾ, ਡੁਪਲੈਕਸ ਨੂੰ ਵਾਪਸ ਸੱਦ ਲੈਂਦੀ ਹੈ। ਯਾਰ ਤੂੰ ਤਾਂ ਵਧੀਆ ਕੰਮ ਨਹੀਂ ਕੀਤਾ, ਉਹਦੀਆਂ ਪੁਰਾਣੀਆਂ ਜਿੱਤਾਂ ਨੂੰ ਭੁਲਾ ਕੇ ਡੁਪਲੈਕਸ ਨੂੰ ਵਾਪਸ ਸੱਦ ਲੈਂਦੀ ਹੈ, ਨਵਾਂ ਫਰੈਂਚ ਗਵਰਨਰ ਭੇਜ ਦਿੰਦੀ ਹੈ ਅਤੇ ਪੈਰ ਪਿੱਛੇ ਖਿੱਚਦੇ ਹੋਏ, ਕਿਉਂਕਿ ਫਾਈਨੈਂਸ਼ੀਅਲ ਲੋਸਿਸ ਵੀ ਹੋ ਰਹੀਆਂ ਨੇ ਉਹਨਾਂ ਨੂੰ ਫਰੈਂਚ ਨੂੰ ਜੰਗ ਦੇ ਨਾਲ। ਠੀਕ ਹੈ ਜੀ, ਓਬਵੀਅਸ ਹੈ ਕੋਈ ਵੀ ਜੰਗ ਹੁੰਦੀ ਹੈ ਇਕੱਲੇ ਉਹਦਾ ਮਿਲਟਰੀ ਲਾਸ ਨਹੀਂ ਹੁੰਦਾ, ਫਾਈਨੈਂਸ਼ੀਅਲ ਰੀਪਰਕਸ਼ਨਸ ਸਾਹਮਣੇ ਆਉਂਦੀਆਂ ਹੁੰਦੀਆਂ ਦੋਵੇਂ ਪਾਰਟੀਆਂ ਨੂੰ ਨੇ। ਠੀਕ ਹੈ, ਤਾਂ ਡੁਪਲੈਕਸ ਨੂੰ ਵਾਪਸ ਸੱਦ ਲੈਂਦੇ ਨੇ ਜੀ ਫਰੈਂਚ ਵਾਲੇ, ਬੜਾ ਹੀ ਗੈਂਬਲ ਕਰ ਜਾਂਦੇ ਨੇ ਅਤੇ ਨਵਾਂ ਆ ਜਾਂਦਾ। ਨਵਾਂ ਕੀ ਹੈ, ਨਗੋਸੀਏਸ਼ਨ ਕਰਦਾ, ਨਗੋਸੀਏਸ਼ਨ ਦੇ ਵਿੱਚ ਕੀ ਆ, ਸੰਧੀ ਹੋ ਜਾਂਦੀ ਹੈ। ਸੰਧੀ ਦੇ ਨਾਲ ਕੀ ਆ, ਜਿਹੜੀਆਂ ਜਿੱਤੀਆਂ ਹੋਈਆਂ ਟੈਰੀਟਰੀਜ਼ ਨੇ ਕੁਛ ਛੱਡ ਦਿੱਤੇ ਜਾਂਦੇ ਨੇ ਅਤੇ ਇੱਕ ਦੂਜੇ ਨੂੰ ਵਾਪਸ ਕਰ ਦਿੰਦੇ ਨੇ। ਚੰਗੀ ਤਰ੍ਹਾਂ ਤਾਂ ਨਹੀਂ ਕਰਦੇ ਕਿਉਂਕਿ ਜਿੱਤਣ ਦੀ ਹਾਲਤ ਦੇ ਵਿੱਚ ਇੰਗਲਿਸ਼ ਸਨ, ਇੰਗਲਿਸ਼ ਦਾ ਹੀ ਅਪਰ ਹੈਂਡ ਹੈ। ਠੀਕ ਹੈ, ਅਤੇ ਜਿਹੜਾ ਸੰਧੀ ਦਾ ਮੇਨ ਪੱਖ ਆ ਉਹ ਇਹ ਹੁੰਦਾ ਹੈ ਕਿ ਹੁਣ ਉਹ ਇੱਕ ਦੂਜੇ ਨਾਲ ਸਮਝੌਤਾ ਕਰਦੇ ਨੇ ਇੰਗਲਿਸ਼ ਅਤੇ ਫਰੈਂਚ ਕਿ ਅਸੀਂ ਲੋਕਲ ਰੂਲਰ ਦੇ ਮਾਮਲਿਆਂ ਵਿੱਚ ਦਖਲ ਨਹੀਂ ਦੇਵਾਂਗੇ। ਠੀਕ ਹੈ ਜੀ, ਹੈਦਰਾਬਾਦ ਦੇ ਵੀ ਵਜ਼ਾਰਤ ਦੇ ਵਿੱਚ ਚੇਂਜ ਹੁੰਦੀ ਹੈ ਇਸੇ ਸੰਧੀ ਦੇ ਤਹਿਤ। ਠੀਕ ਹੈ ਜੀ, ਤਾਂ ਫਰੈਂਚ ਦੇ ਮਾਣ ਸਨਮਾਨ ਨੂੰ ਕੁੱਲ ਮਿਲਾ ਕੇ ਭਾਰੀ ਸੱਟ ਵੱਜਦੀ ਹੈ। ਹਾਲਾਂਕਿ ਸ਼ੁਰੂ ਦੇ ਵਿੱਚ ਉਹ ਫਰੰਟ ਫੁੱਟ 'ਤੇ ਸਨ, ਪਰ ਐਂਡ 'ਚ ਆ ਕੇ ਕੁਝ ਗਲਤੀਆਂ ਫਰੈਂਚ ਵਾਲੇ ਕਰ ਜਾਂਦੇ ਨੇ, ਡੁਪਲੈਕਸ ਨੂੰ ਸੱਦ ਲੈਂਦੇ ਨੇ। ਕੁਛ ਕਲਾਈਵ ਵਰਗਾ ਲੀਡਰ, ਬੜਾ ਅਲਟੀਮੇਟ ਲੀਡਰ ਮਿਲਦਾ ਹੈ ਇੰਗਲਿਸ਼ ਨੂੰ, ਜਿਹੜਾ ਜੰਗ ਦਾ ਮੁਹਾਂਦਰਾ ਆਪਣੀ ਸਟ੍ਰੈਟਜੀ ਦੇ ਨਾਲ ਬਦਲ ਕੇ ਰੱਖ ਦਿੰਦਾ ਹੈ। ਠੀਕ ਹੈ, ਤਾਂ ਇਹਦੇ 'ਚੋਂ ਮੇਨ ਪੁਆਇੰਟ ਨਿਕਲ ਕੇ ਆਉਂਦੇ ਨੇ ਜੀ, ਅਰਕਟ ਦੀ ਸੀਟ ਜਿਹੜੀ ਕਲਾਈਵ ਨੂੰ ਨੈਸ਼ਨਲ ਹੀਰੋ ਬਣਾ ਦਿੰਦੀ ਹੈ, ਜੋ ਯਾਦ ਰੱਖਣ ਯੋਗ ਹੈ। ਠੀਕ ਹੈ, ਚੰਦਾ ਸਾਹਿਬ ਦੀ ਮੌਤ ਅਤੇ ਡੁਪਲੈਕਸ ਨੂੰ ਵਾਪਸ ਬੁਲਾਏ ਜਾਣਾ। ਠੀਕ ਹੈ, ਤਾਂ ਹੁਣ ਇੰਗਲਿਸ਼ ਫੇਰ ਅੱਗੇ ਨਿਕਲ ਚੁੱਕੇ ਨੇ ਫਰੈਂਚ ਨਾਲੋਂ। ਠੀਕ ਹੈ, ਇਹ ਹੋ ਗਈ ਸਾਡੀ ਦੂਜੀ ਕਾਰਨੈਟਿਕ ਦੀ ਵਾਰ, ਜਿਹੜੀ 1749 ਤੋਂ ਲੈ ਕੇ 1754 ਤੱਕ ਚੱਲੀ ਸੀ। ਠੀਕ ਹੈ, 2 ਵਾਰਾਂ ਹੋ ਚੁੱਕੀਆਂ ਨੇ ਜੀ, ਇੰਗਲਿਸ਼ ਅੱਗੇ ਨੇ। ਹੁਣ ਤੀਜੀ ਅਤੇ ਫਾਈਨਲ ਵਾਰ ਹੋਣ ਲੱਗੀ ਹੈ ਇੰਗਲਿਸ਼ ਅਤੇ ਫਰੈਂਚ ਦੇ ਵਿਚਾਲੇ। ਦੇਖੋ ਇੰਗਲਿਸ਼ ਅਤੇ ਫਰੈਂਚ ਹੀ ਮੁੱਖ ਪਾਤਰ ਬਣ ਚੁੱਕੇ ਨੇ, ਇੰਡੀਆ ਵਾਲੇ ਤਾਂ ਪਿੱਛੇ ਪੈ ਚੁੱਕੇ ਨੇ। ਠੀਕ ਹੈ, ਤਾਂ ਪਤਾ ਲੱਗ ਰਿਹਾ ਕਿ ਕਿਸ ਤਰ੍ਹਾਂ ਹੁਣ ਯੂਰਪੀਅਨਸ ਹਾਵੀ ਹੁੰਦੇ ਜਾ ਰਹੇ ਨੇ। ਠੀਕ ਹੈ, ਅਗਲੀ ਜਿਹੜੀ ਥਰਡ ਕਾਰਨੈਟਿਕ ਵਾਰ ਹੁੰਦੀ ਹੈ ਜੀ, ਉਹਦਾ ਪੀਰੀਅਡ ਹੈ 1758 ਤੋਂ 1763। ਠੀਕ ਹੈ, 1758 ਤੋਂ 1763 ਦੇ ਵਿੱਚ ਤੀਜੀ ਕਾਰਨੈਟਿਕ ਵਾਰ ਸ਼ੁਰੂ ਹੋ ਜਾਂਦੀ ਹੈ ਜੀ। ਠੀਕ ਹੈ, ਜਿਹੜਾ ਫਰੈਂਚ ਦਾ ਹੁਣ ਲੀਡਰ ਹੈ ਉਹ ਕਾਊਂਟ ਡੇ ਲਾਲੀ ਹੈ ਜੀ। ਲੈ ਲਈ ਹੈ ਵੈਸੇ ਤਾਂ ਨਾਂ, ਪਰ ਆਪਾਂ ਲਾਲੀ ਕਹਿ ਲੈਂਦੇ ਹਾਂ ਪੰਜਾਬੀ ਵਾਲਾ ਹਿਸਾਬ। ਠੀਕ ਹੈ, ਇਹ ਹੈ ਜੀ ਫਰੈਂਚ ਦਾ ਲੀਡਰ ਜਿਹੜਾ ਇਸ ਵਾਰ ਵਿੱਚ ਇਹਨਾਂ ਨੂੰ ਲੀਡ ਕਰੇਗਾ। ਇੰਗਲਿਸ਼ ਦਾ ਲੀਡਰ ਉਹਨਾਂ ਨੂੰ ਪਹਿਲਾਂ ਹੀ ਮਿਲ ਚੁੱਕਿਆ ਜੀ, ਕਲਾਈਵ, ਅਤੇ ਇੱਕ ਹੋਰ ਲੀਡਰ ਇਸ ਦੇ ਵਿੱਚ ਉੱਭਰ ਕੇ ਸਾਹਮਣੇ ਆਏਗਾ, ਆਇਰਕੂਟ। ਠੀਕ ਹੈ, ਇਹ ਵਾਰ ਕਿਉਂ ਸ਼ੁਰੂ ਹੁੰਦੀ ਹੈ, ਇਹ ਵਾਰ ਦੇ ਸ਼ੁਰੂ ਹੋਣ ਦਾ ਕਾਰਨ ਵੀ ਆਸਟਰੀਆ ਦੇ ਵਿੱਚ 7 ਈਅਰ ਵਾਰ ਸ਼ੁਰੂ ਹੋਣਾ ਹੈ। ਠੀਕ ਹੈ, ਬੇਸਿਕਲੀ ਸਿਲੀਸੀਆ ਦਾ ਇੱਕ ਇਲਾਕਾ ਸੀਗਾ ਜਿਹੜਾ ਯੂਰਪ ਦੇ ਵਿੱਚ ਆਸਟਰੀਆ ਨੂੰ ਵਾਪਸ ਚਾਹੁੰਦਾ ਸੀ। ਉਸ ਨੂੰ ਵੇਖ ਕੇ ਫਿਰ ਉਹਨਾਂ ਦੇ ਝਗੜੇ ਦੇ ਵਿੱਚ ਫਰੈਂਚ ਅਤੇ ਇੰਗਲਿਸ਼ ਵੱਖ-ਵੱਖ ਧਿਰਾਂ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਅਤੇ ਲੜਾਈ ਦੇ ਮੇਨ ਪਾਤਰ ਬਣ ਜਾਂਦੇ ਨੇ। ਉਹਨਾਂ ਨੂੰ ਵੇਖ ਕੇ ਇੰਡੀਆ ਦੇ ਵਿੱਚ ਵੀ ਜੰਗ ਆਰੰਭੀ ਜਾਂਦੀ ਹੈ। ਠੀਕ ਹੈ ਜੀ, ਅਤੇ ਇੰਗਲਿਸ਼ ਪਹਿਲਾਂ ਤੋਂ ਇੱਥੇ ਮੌਕਾ ਦੇਖ ਰਹੇ ਸਨ ਕਿ ਫਰੈਂਚ ਨੂੰ ਜਮਾਂ ਹੀ ਕਦੋਂ ਉਹਨਾਂ ਦੀ ਸੰਘੀ ਘੁੱਟੀ ਜਾਵੇ। ਠੀਕ ਹੈ ਜੀ,
ਤਾਂ ਸ਼ੁਰੂ ਦੇ ਵਿੱਚ ਕੀ ਹੁੰਦਾ, ਫਿਰ ਫਰੈਂਚ ਸ਼ੁਰੂ ਦੇ ਵਿੱਚ ਮਾਰਦੇ ਨੇ ਜੀ ਸੇਂਟ ਡੇਵਿਡ ਨਾਂ ਦਾ ਕਿਲਾ, ਠੀਕ ਹੈ ਜੀ, ਇਸ 'ਤੇ ਕਬਜ਼ਾ ਕਰ ਲੈਂਦੇ ਨੇ, ਠੀਕ ਹੈ ਜੀ। ਬੇਸਿਕਲੀ 100 ਮੀਲ ਸਾਊਥ ਦੇ ਵਿੱਚ ਨਹੀਂ ਤੋਂ ਇਹ ਜਗ੍ਹਾ ਸੀ ਸੇਂਟ ਡੇਵਿਡ, ਜਿੱਥੇ ਫਰੈਂਚ ਕਬਜ਼ਾ ਕਰ ਲੈਂਦੇ ਨੇ, ਠੀਕ ਹੈ ਜੀ। ਪਰ ਜਿਹੜੀ ਇਹਦੀ ਸਭ ਨਾਲ ਡਿਸੀਜ਼ਿਵ ਬੈਟਲ ਆ ਉਹ 1760 ਦੇ ਵਿੱਚ ਹੁੰਦੀ ਹੈ, ਅਤੇ ਹਿਸਟਰੀ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ, ਬੈਟਲ ਆਫ ਵੌਂਡੀਵਾਸ਼। ਬਹੁਤ ਜ਼ਿਆਦਾ ਕੁਐਸਚਨ ਆਉਂਦਾ ਜੀ ਇਹ ਵੌਂਡੀਵਾਸ਼ ਦੀ ਬੈਟਲ 'ਤੇ। ਠੀਕ ਹੈ, ਵੌਂਡੀਵਾਸ਼ ਦੀ ਬੈਟਲ ਹੋਈ ਸੀਗੀ, ਇਹਦੇ ਵਿੱਚ ਕਾਉਂਟੀ ਲਾਲੀ ਫਰੈਂਚ ਦਾ ਲੀਡਰ ਸੀ ਅਤੇ ਆਇਰਕੂਟ ਇੰਗਲਿਸ਼ ਦਾ ਲੀਡਰ ਸੀ, ਠੀਕ ਹੈ। ਇੰਨੀ ਡਿਸੀਜ਼ਿਵ ਹਾਰ ਹੋਈ ਫਰੈਂਚ ਦੀ ਇਹਦੇ ਵਿੱਚ ਕਿ ਭਾਰਤ ਦੇ ਵਿੱਚ ਉਹਨਾਂ ਦੀ ਤਾਕਤ ਦੇ ਪੈਰ ਹੀ ਉਖੜ ਗਏ ਬਿਲਕੁਲ, ਠੀਕ ਹੈ। ਆਇਰਕੂਟ ਨੇ ਵੌਂਡੀਵਾਸ਼ ਦੇ ਵਿੱਚ ਤਾਂ ਹਰਾਇਆ ਹੀ ਹਰਾਇਆ, ਇੱਥੋਂ ਚੱਲ ਕੇ ਪੌਂਡੀਚੇਰੀ ਨੂੰ ਵੀ ਘੇਰਾ ਪਾ ਲੈਂਦਾ, ਠੀਕ ਹੈ। ਪੌਂਡੀਚੇਰੀ ਨੂੰ ਕਾਉਂਟ ਲਾਲੀ ਕਾਫੀ ਬਹਾਦਰੀ ਨਾਲ 8 ਮਹੀਨੇ ਤੱਕ ਸੀਜ਼ ਚੱਲਦਾ ਪੌਂਡੀਚੇਰੀ ਦਾ ਆਇਰਕੂਟ ਦੇ ਦੁਆਰਾ ਵੌਂਡੀਵਾਸ਼ ਦੀ ਵਾਰ ਜਿੱਤਣ ਤੋਂ ਪਹਿਲਾਂ, ਪਰ ਐਂਡ 'ਤੇ ਪੌਂਡੀਚੇਰੀ ਵੀ ਸਰੈਂਡਰ ਕਰਨਾ ਪੈ ਜਾਂਦਾ ਜੀ ਫਰੈਂਚ ਨੂੰ, ਇੰਗਲਿਸ਼ ਨੂੰ, ਠੀਕ ਹੈ ਜੀ। ਪੌਂਡੀਚੇਰੀ ਵੀ ਸਰੈਂਡਰ ਹੋ ਗਿਆ। ਵੌਂਡੀਵਾਸ਼ ਦੇ ਵਿੱਚ ਬਹੁਤ ਭੈੜੀ ਹਾਰ ਵੀ ਹੁੰਦੀ ਹੈ ਉਹਨਾਂ ਦੀ, ਠੀਕ ਹੈ ਨੇ। ਇਹ ਹਾਰ ਦੇ ਕਾਰਨ ਫਰੈਂਚ ਦੀ ਪਾਵਰ ਭਾਰਤ ਦੇ ਵਿੱਚੋਂ ਬਿਲਕੁਲ ਸਮਾਪਤ ਹੋ ਜਾਂਦੀ ਹੈ। ਜਦੋਂ ਆਸਟਰੀਅਨ ਵਾਰ 7 ਈਅਰ ਵਾਰ ਵੀ ਕਹਿ ਦਿੰਦੇ ਇਹਨੂੰ, ਯੂਰਪ ਦੇ ਵਿੱਚ 56 ਤੋਂ 63 ਤੱਕ ਚੱਲੀ ਸੀ ਇਹ, ਠੀਕ ਹੈ। 7 ਈਅਰ ਵਾਰ ਖਤਮ ਹੁੰਦੀ ਹੈ 1763 ਦੇ ਵਿੱਚ ਟ੍ਰੀਟੀ ਆਫ ਪੈਰਿਸ ਦੇ ਦੁਆਰਾ, ਠੀਕ ਹੈ। ਇਸ ਟ੍ਰੀਟੀ ਦੁਆਰਾ ਪੌਂਡੀਚੇਰੀ ਅਤੇ ਮਾਹੇ ਵੀ ਉਹਨਾਂ ਦਾ ਇੱਕ ਇੰਪੋਰਟੈਂਟ ਸਟਰੋਂਗ ਹੋਲਡ ਸੀ ਫਰੈਂਚ ਦਾ, ਉਹ ਫਰੈਂਚ ਨੂੰ ਵਾਪਸ ਮਿਲ ਜਾਂਦੇ ਨੇ, ਠੀਕ ਹੈ ਜੀ। ਪੌਂਡੀਚੇਰੀ ਵਾਪਸ ਮਿਲ ਜਾਂਦਾ, ਪਰ ਉਹਨਾਂ ਦੀ ਪੋਲੀਟੀਕਲ ਪਾਵਰ ਹੈ ਜਿਹੜੀ ਉਹ ਬਿਲਕੁਲ ਸਮਾਪਤ ਹੋ ਜਾਂਦੀ ਹੈ। ਦੁਬਾਰਾ ਉਹ ਕਦੇ ਵੀ ਉਸ ਹਾਲਤ ਵਿੱਚ ਨਹੀਂ ਪਹੁੰਚ ਸਕਦੇ ਜਿੱਥੋਂ ਉਹ ਇੰਗਲਿਸ਼ ਨੂੰ ਚੈਲੰਜ ਕਰਨ, ਠੀਕ ਹੈ। ਤਾਂ ਭਾਰਤ ਦੇ ਵਿੱਚ ਜੇ ਆਪਾਂ 3 ਲੜਾਈਆਂ ਦੇ ਨਾਂ ਲੈ ਲਈਏ ਜਿਹਨੇ ਇੰਗਲਿਸ਼ ਨੂੰ ਸਥਾਪਿਤ ਕਰਕੇ ਰੱਖ ਦਿੱਤਾ, ਠੀਕ ਹੈ ਜੀ, ਬੈਟਲ ਆਫ ਪਲਾਸੀ, ਬੈਟਲ ਆਫ ਬਕਸਰ ਅਤੇ ਬੈਟਲ ਆਫ ਵੌਂਡੀਵਾਸ਼। ਪਲਾਸੀ ਅਤੇ ਬਕਸਰ ਅੱਗੇ ਜਾ ਕੇ ਆਪਾਂ ਪੜ੍ਹਾਂਗੇ ਹਿਸਟਰੀ ਦੇ ਵਿੱਚ, ਵੌਂਡੀਵਾਸ਼ ਬਾਰੇ ਆਪਾਂ ਇੱਥੇ ਕਵਰ ਕੀਤਾ, ਬੜੀ ਇੰਪੋਰਟੈਂਟ ਬੈਟਲ ਹੈ ਜੀ, ਠੀਕ ਹੈ ਜੀ। ਆਇਰਕੂਟ ਸੀ ਉਹਨਾਂ ਦਾ ਨੇਤਾ ਇੰਗਲਿਸ਼ ਦਾ, ਯਾਦ ਰੱਖਣ ਯੋਗ ਚੀਜ਼ਾਂ ਨੇ, ਠੀਕ ਹੈ। ਤਾਂ ਇਸ ਤਰ੍ਹਾਂ ਸ਼ੁਰੂ ਦੇ ਵਿੱਚ 4 ਪਾਵਰਾਂ ਸੀ, ਕਿਹੜੀਆਂ ਸਨ? ਪੁਰਤਗਾਲੀ ਸਨ, ਡੱਚ ਸਨ, ਫਰਾਂਸੀਸੀ ਸਨ, ਇੰਗਲਿਸ਼ ਸਨ, ਠੀਕ ਹੈ ਜੀ। ਪਹਿਲਾਂ ਪੁਰਤਗਾਲੀ ਰਿਮੂਵ ਹੋਏ, ਫਿਰ ਡੱਚ ਰਿਮੂਵ ਹੋਏ, ਹੁਣ ਫਰੈਂਚ ਵੀ ਰਿਮੂਵ ਹੋ ਗਏ। ਤਾਂ ਇੰਗਲਿਸ਼ ਨੇ ਹੌਲੀ ਹੌਲੀ ਭਾਰਤ ਦੇ ਵਿੱਚ ਸਾਰੀਆਂ ਯੂਰਪੀਅਨ ਪਾਵਰ ਨੂੰ ਇਰੇਜ਼ ਕਰਕੇ ਰੱਖ ਦਿੱਤਾ, ਅਤੇ ਹੁਣ ਉਹ ਭਾਰਤ ਦੀਆਂ ਪਾਵਰਾਂ ਨਾਲ ਟੱਕਰ ਲੈਣਗੇ, ਤੁਸੀਂ ਦੇਖੋਗੇ ਅਗਲੇ ਲੈਕਚਰਾਂ ਦੇ ਵਿੱਚ, ਠੀਕ ਹੈ। ਇਹ ਤਾਂ ਸਭ ਕੁਝ ਹੋ ਗਿਆ ਜੀ, ਇੰਗਲਿਸ਼ ਮਾਸਟਰ ਬਣ ਗਏ ਯੂਰਪੀਅਨ ਪਾਵਰਸ ਦੇ। ਪਰ ਇਹ ਹੋਇਆ ਕਿਉਂ? ਕੀ ਕਾਰਨ ਸੀ? ਹਰ ਯੁੱਧ ਜਿੱਤ ਜਾਂਦੇ ਸਨ। ਕੀ ਕਾਰਨ ਸੀ? ਸਿਰਫ ਫਰੈਂਚ ਵਾਲਿਆਂ ਨੂੰ ਲੱਗਦਾ ਸੀ ਸਾਡਾ ਫਾਈਨੈਂਸ਼ੀਅਲ ਲਾਸ ਹੋ ਰਿਹਾ। ਕੀ ਕਾਰਨ ਸੀ ਕਿ ਡੱਚ ਚਲੇ ਗਏ, ਫਰਾਂਸੀਸੀ ਚਲੇ ਗਏ, ਪੁਰਤਗਾਲੀ ਚਲੇ ਗਏ, ਪਰ ਇੰਗਲਿਸ਼ ਸਰਵਾਈਵ ਕਰ ਗਏ, ਠੀਕ ਹੈ। ਤਾਂ ਥੋੜ੍ਹਾ ਜਿਹਾ ਹਿਸਟਰੀ ਦੇ ਸਬਜੈਕਟ ਨੂੰ ਇੱਜ਼ਤ ਦਿੰਦੇ ਹੋਏ ਅਸੀਂ ਇਹਨਾਂ ਬਾਰੇ ਵੀ ਗੱਲ ਕਰ ਲਈ, ਠੀਕ ਹੈ, ਕਿਉਂਕਿ ਇਹਦੇ ਨਾਲ ਸਾਨੂੰ ਪਰਸਪੈਕਟਿਵ ਮਿਲਦਾ ਕਹਾਣੀ ਦਾ। ਅਗਲੇ ਟੌਪਿਕ ਪੜ੍ਹਨ ਲਈ ਸਾਨੂੰ ਬੇਸਿਕ ਸਮਝ ਸੂਝ ਮਿਲਦੀ ਹੈ, ਠੀਕ ਹੈ। ਕੀ ਕਾਰਨ ਸਨ ਜੀ? ਸਾਰਿਆਂ ਨਾਲੋਂ ਵੱਡਾ ਕਾਰਨ ਸੀ ਸ਼ੇਅਰ ਹੋਲਡਰ ਸਨ ਜੀ ਈਸਟ ਇੰਡੀਆ ਕੰਪਨੀ ਦੇ ਵਿੱਚ। ਵੱਖ-ਵੱਖ ਪ੍ਰਾਈਵੇਟ ਬੰਦਿਆਂ ਨੇ ਸ਼ੇਅਰ ਪਾ ਕੇ ਕੰਪਨੀ ਖੜੀ ਕੀਤੀ ਸੀ, ਠੀਕ ਹੈ। ਬਾਕੀ ਦੇਸ਼ਾਂ ਨੇ ਕੀ ਗਲਤੀਆਂ ਕੀਤੀਆਂ? ਸ਼ੇਅਰ ਉਹ ਵੀ ਰੱਖਦੇ ਸਨ, ਪਰ ਮੇਜਰ ਸ਼ੇਅਰ ਗਵਰਨਮੈਂਟ ਦਾ ਰੱਖਦੇ ਸਨ, ਠੀਕ ਹੈ ਜੀ। ਸਮਝ ਆ ਗਈ ਨਹੀਂ? ਜਿਸ ਤਰ੍ਹਾਂ ਅਸੀਂ ਅੱਜ ਕਹਿੰਦੇ ਕਿ ਪ੍ਰਾਈਵੇਟ ਕੰਪਨੀਆਂ ਕਿਉਂ ਕਾਮਯਾਬ ਨੇ, ਕਿਉਂਕਿ ਉਸ ਦੇ ਵਿੱਚ ਲੋਕਾਂ ਦਾ ਨਿੱਜੀ ਹਿੱਤ ਹੁੰਦਾ ਹੈ, ਠੀਕ ਹੈ ਜੀ। ਸਰਕਾਰੀ ਦੇ ਵਿੱਚ ਕੀ ਹੁੰਦਾ ਹੈ ਕਿ ਜੇ ਨੁਕਸਾਨ ਹੁੰਦਾ ਤਾਂ ਸਰਕਾਰ ਦਾ ਉਹ ਸਾਡਾ ਕੀ ਜਾਂਦਾ, ਠੀਕ ਹੈ। ਜਿਹੜੀ ਇਹ ਸੋਚ ਹੈ ਉਸ ਸਮੇਂ ਵੀ ਉਸੇ ਤਰ੍ਹਾਂ ਹੀ ਸੀ। ਤਾਂ ਸ਼ੇਅਰ ਹੋਲਡਰ ਹੋਣ ਦੇ ਕਾਰਨ ਈਸਟ ਇੰਡੀਆ ਕੰਪਨੀ ਨੂੰ ਉਸ ਦੇ ਵਿੱਚ ਲੋਕਾਂ ਦੇ, ਵਪਾਰੀਆਂ ਦੇ, ਜਿਹੜੇ ਇੰਗਲੈਂਡ ਦੇ ਤਕੜੇ ਇੰਡਸਟਰੀਅਲਿਸਟ ਬੰਦੇ ਸਨ ਉਸ ਸਮੇਂ ਦੇ, ਉਹਨਾਂ ਦੇ ਹਿੱਤ ਜੁੜੇ ਹੁੰਦੇ ਸਨ।
ਤਾਂ ਕਦੇ ਵੀ ਉਹ ਮਿਸਮੈਨੇਜਮੈਂਟ ਨਹੀਂ ਹੋਣ ਦਿੰਦੇ ਸਨ, ਜਦੋਂ ਕਿ ਫ੍ਰੈਂਚ ਵਾਲੇ ਜਾਂ ਪੁਰਤਗਾਲ ਵਾਲੇ ਇਹ ਸਟੇਟ ਸਪੋਂਸਰਡ ਸਨ। ਤਾਂ ਸਰਕਾਰੀ ਚੀਜ਼ਾਂ ਪ੍ਰਾਈਵੇਟ 'ਚ ਆਪਾਂ ਨੂੰ ਪਤਾ ਹੀ ਹੈ ਮਾਰ ਖਾ ਜਾਂਦੀਆਂ ਨੇ, ਕਿਉਂਕਿ ਉਸ ਵਿੱਚ ਲੋਕਾਂ ਦੇ ਨਿੱਜੀ ਹਿੱਤ ਨਹੀਂ ਹੁੰਦੇ। ਸ਼ੇਅਰ ਹੋਲਡਰਸ ਹੋਣ ਕਰਕੇ ਇਹ ਕੰਪਨੀ ਨੇ ਬਹੁਤ ਤਰੱਕੀ ਕੀਤੀ। ਦੂਜੀ ਵੱਡੀ ਗੱਲ ਜੀ, ਡੈਪਟ ਮਾਰਕੀਟ ਦਾ ਯੂਜ਼। ਦੇਖੋ ਸਾਡੇ ਚੀਜ਼ਾਂ ਹੁਣ ਚੱਲੀਆਂ ਨੇ ਡੈਪਟ ਮਾਰਕੀਟ, ਸ਼ੇਅਰ ਹੋਲਡਰ ਇੰਗਲਿਸ਼ ਜਿਹੜੇ ਆ ਉਹ 1600-1700 ਦੇ ਚਲਾਉਂਦੇ ਆ ਰਹੇ ਨੇ, ਠੀਕ ਹੈ। ਡੈਪਟ ਮਾਰਕੀਟ ਕੀ ਹੁੰਦੀ ਹੈ ਕਿ ਮਾਰਕੀਟ 'ਚੋਂ ਕਰਜ਼ਾ ਚੱਕ ਲੈਣਾ, ਠੀਕ ਹੈ। ਜਿਹੜੀ ਗੱਲ ਆਈ ਸੀ ਕਿ ਫਾਈਨੈਂਸ਼ੀਅਲ ਲਾਸਿਸ ਬਹੁਤ ਹੋ ਰਹੀਆਂ ਸੀ, ਇਹਨੂੰ ਫ੍ਰੈਂਚ ਵਾਲਿਆਂ ਨੂੰ, ਇੰਗਲਿਸ਼ ਵਾਲਿਆਂ ਨੂੰ ਕਿਉਂ ਨਹੀਂ ਹੁੰਦੀਆਂ ਸਨ? ਕਿਉਂਕਿ ਕੀ ਕਰਦੇ ਸਨ, ਇੱਕ ਤਰ੍ਹਾਂ ਜਿਸ ਤਰ੍ਹਾਂ ਆਪਾਂ ਕਹਿੰਦੇ ਕਿ ਕੰਪਨੀ ਦੇ ਸ਼ੇਅਰ ਇਸ਼ੂ ਹੋ ਗਏ ਬਾਜ਼ਾਰ ਦੇ ਵਿੱਚ, ਲੋਕ ਖਰੀਦ ਲੈਂਦੇ ਸਨ। ਤਾਂ ਉਸ ਸਮੇਂ ਸ਼ੇਅਰ ਵਾਲਾ ਤਾਂ ਕੰਮ ਨਹੀਂ ਸੀ, ਉਹ ਕੀ ਸੀ, ਡੈਪਟ ਲੋਕਾਂ ਤੋਂ ਕਰਜ਼ਾ ਚੱਕ ਲੈਂਦੇ ਸਨ। ਪ੍ਰਾਈਵੇਟ ਬੰਦਿਆਂ ਤੋਂ ਈਸਟ ਇੰਡੀਆ ਕੰਪਨੀ ਕਰਜ਼ਾ ਚੱਕ ਲੈਂਦੀ ਸੀ, ਜਦੋਂ ਵੀ ਕੋਈ ਜੰਗ ਯੁੱਧ ਦੇ ਸਮੇਂ ਜਦੋਂ ਉਹਦੇ ਫਾਈਨਾਂਸ ਡੋਲਣ ਲੱਗਦੇ ਸਨ, ਠੀਕ ਹੈ ਜੀ। ਫਾਈਨੈਂਸ਼ੀਅਲ ਬੈਂਕਰਪਸੀ ਵਾਲੀ ਕੋਈ ਉਹਨਾਂ ਨੇ ਅੱਜ ਤੱਕ ਕੰਡੀਸ਼ਨ ਆਉਣ ਨਹੀਂ ਦਿੱਤੀ, ਕਿਉਂਕਿ ਉਹ ਕਰਜ਼ਾ ਚੱਕਦੇ ਸਨ ਮਾੜੇ ਟਾਈਮ 'ਤੇ। ਜਦੋਂ ਹੀ ਚੰਗਾ ਟਾਈਮ ਆਉਂਦਾ ਸੀ, ਚੰਗਾ ਟਾਈਮ ਕੀ, ਮੰਨ ਲਓ ਜੰਗ ਜਿੱਤ ਕੇ ਰੂਲਰ ਤੋਂ ਕੰਸੈਸ਼ਨਾਂ ਲਾਈਆਂ, ਟਰੇਡ ਕੀਤੀ, ਪੈਸਾ ਕਮਾਇਆ, ਪੈਸਾ ਮੋੜਤਾ, ਠੀਕ ਹੈ। ਤਾਂ ਡੈਪਟ ਮਾਰਕੀਟ ਨੂੰ ਬੜੇ ਸੁੰਦਰ ਤਰੀਕੇ ਨਾਲ ਯੂਜ਼ ਕੀਤਾ ਇੰਗਲਿਸ਼ ਵਾਲਿਆਂ ਨੇ, ਠੀਕ ਹੈ। ਤੀਜਾ ਵੱਡਾ ਕਾਰਨ ਨੇਵੀ। ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਜੇ ਇੰਡੀਆ ਨੇ ਮਾਰ ਖਾਧੀ ਹੈ ਸੰਸਾਰ ਦੇ ਇਤਿਹਾਸ ਦੇ ਵਿੱਚ ਤਾਂ ਨੇਵੀ ਕਰਕੇ ਹੀ ਖਾਧੀ ਹੈ, ਠੀਕ ਹੈ। ਸਮੁੰਦਰਾਂ 'ਤੇ ਜਿਹੜਾ ਕੰਟਰੋਲ ਕਰੂਗਾ, ਵਪਾਰ 'ਤੇ ਕੰਟਰੋਲ ਕਰੂਗਾ, ਪੈਸੇ 'ਤੇ ਕੰਟਰੋਲ ਕਰੂਗਾ, ਪਲੱਸ ਨੇਵੀ ਦੀ ਮੂਵਮੈਂਟ ਲੈਂਡ ਦੇ ਮੁਕਾਬਲੇ ਸੈਨਾ ਦੀ ਮੂਵਮੈਂਟ ਨੇਵੀ ਦੀ ਜ਼ਿਆਦਾ ਹੁੰਦੀ ਹੈ, ਠੀਕ ਹੈ, ਜ਼ਿਆਦਾ ਤੇਜ਼ ਤਰੀਕੇ ਨਾਲ, ਠੀਕ ਹੈ। ਪੁਰਾਣੇ ਸਮੇਂ ਦੀ ਗੱਲ ਕਰ ਲਓ ਤੁਸੀਂ, ਜੇ ਸਮੁੰਦਰ ਰਾਹੀਂ ਆ ਜਾਓਗੇ ਤਾਂ ਲੈਂਡ ਦੇ ਮੁਕਾਬਲੇ ਤੁਹਾਨੂੰ 3-4 ਗੁਣਾ ਘੱਟ ਟਾਈਮ ਲੱਗੇਗਾ ਭਾਰਤ ਆਉਣ ਲਈ ਇੰਗਲੈਂਡ ਤੋਂ, ਠੀਕ ਹੈ। ਤਾਂ ਨੇਵੀ ਦੀ ਮੂਵਮੈਂਟ ਬੜੀ ਸੀਗੀ, ਤਾਂ ਇੰਗਲਿਸ਼ ਦੀ ਨੇਵੀ ਸੁਪਰੀਮ ਸੀ। ਸ਼ੁਰੂ ਦੇ ਵਿੱਚ ਨਹੀਂ ਸੀ ਇਹੋ ਜਿਹੀ ਹਾਲਾਤ, ਸ਼ੁਰੂ ਦੇ ਵਿੱਚ ਸਪੈਨਿਸ਼ ਆਰਮਾਡਾ ਬੜਾ ਮਸ਼ਹੂਰ ਹੁੰਦਾ ਸੀ ਜੀ ਇੰਗਲੈਂਡ ਦੇ ਵਿੱਚ, ਪੁਰਤਗਾਲ ਵਾਲੇ ਬੜੇ ਨੇਵੀ ਦੇ ਵਿੱਚ ਅੱਗੇ ਸਨ, ਠੀਕ ਹੈ। ਪਰ ਹੌਲੀ ਹੌਲੀ ਇਹਦੇ ਵਿੱਚ ਜੇ ਤੁਸੀਂ ਸੰਸਾਰ ਦੇ ਇਤਿਹਾਸ ਦੀ ਵੀ ਥੋੜ੍ਹੀ ਜਿਹੀ ਗੱਲ ਕਰੀਏ ਤਾਂ ਟ੍ਰਫਲਾਗਰ ਦੀ ਇੱਕ ਲੜਾਈ ਹੋਈ ਸੀ, ਜਿਹਦੇ ਵਿੱਚ ਸਪੈਨਿਸ਼ ਨੂੰ ਬੜੀ ਭਾਰੀ ਹਾਰ ਦਿੱਤੀ ਸੀ ਅੰਗਰੇਜ਼ਾਂ ਨੇ। ਤਾਂ ਬੇਸਿਕਲੀ ਇੰਗਲਿਸ਼ ਨੂੰ ਸਮੁੰਦਰਾਂ ਦੀ ਮਲਿਕਾ, ਮਿਸਟਰੈਸ ਆਫ ਸੀ ਵੀ ਕਹਿ ਦਿੰਦੇ ਨੇ ਇੰਗਲਿਸ਼ ਨੇਵੀ ਨੂੰ, ਠੀਕ ਹੈ, ਕਿਉਂਕਿ ਸਮੁੰਦਰਾਂ 'ਤੇ ਉਹਨਾਂ ਨੇ ਰਾਜ ਕੀਤਾ। ਜੇ ਸਮੁੰਦਰਾਂ 'ਤੇ ਰਾਜ ਕੀਤਾ ਤਾਂ ਤਾਂਹੀਓ ਉਹਨਾਂ ਨੇ ਇੱਕ ਇਹੋ ਜਿਹਾ ਐਮਪਾਇਰ ਬਣਾਇਆ ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਐਮਪਾਇਰ ਦੇ ਵਿੱਚ ਸੂਰਜ ਅਸਤ ਨਹੀਂ ਹੁੰਦਾ ਸੀ ਕਦੇ, ਠੀਕ ਹੈ। ਤਾਂ ਨੇਵੀ ਸੁਪਰੀਮ ਸੀ, ਠੀਕ ਹੈ ਜੀ ਉਹਨਾਂ ਦੀ। ਅਗਲੀ ਜਿਹੜੀ ਵੱਡੀ ਕਾਰਨ ਹੈ, ਲੈਸਰ ਜ਼ੀਲ ਫॉर ਰਿਲੀਜਨ। ਠੀਕ, ਅੰਗਰੇਜ਼ ਪ੍ਰੈਕਟੀਕਲ ਜਿਹੇ ਬੰਦੇ ਸਨ, ਠੀਕ ਹੈ। ਧਰਮ ਤੋਂ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀਗਾ। ਜਿਹੜੇ ਬਾਕੀ ਯੂਰਪੀਅਨਸ ਪਾਵਰ ਸੀ, ਸਪੇਨ ਵਾਲੇ ਸੀ ਜਾਂ ਪੁਰਤਗਾਲ ਵਾਲੇ ਸੀ, ਠੀਕ ਹੈ, ਉਹ ਕ੍ਰਿਸਚੀਅਨਿਟੀ ਨੂੰ ਸਪਰੈਡ ਕਰਨ ਦਾ ਬੜਾ ਜਜ਼ਬਾ ਰੱਖਦੇ ਸੀ, ਠੀਕ ਹੈ। ਤਾਂ ਜਿੱਥੇ ਅਸੀਂ ਭਾਵਨਾਤਮਕ ਚੀਜ਼ਾਂ ਲੈ ਆਉਂਦੇ ਹਾਂ, ਉੱਥੇ ਲੌਜਿਕ ਨੂੰ ਥੋੜ੍ਹਾ ਜਿਹਾ ਅਸੀਂ ਥੱਲੇ ਰੱਖ ਲੈਂਦੇ ਹਾਂ, ਠੀਕ ਹੈ। ਤਾਂ ਜਿਸ ਤਰ੍ਹਾਂ ਪੁਰਤਗਾਲ ਵਾਲਿਆਂ ਨੇ ਆ ਕੇ ਭਾਰਤ ਦੇ ਵਿੱਚ ਮੁਸਲਿਮ ਦਾ ਹੀ ਪਰਸੀਕਿਊਸ਼ਨ ਸਟਾਰਟ ਕਰ ਦਿੱਤਾ। ਮੁਸਲਿਮ ਹੀ ਉਸ ਸਮੇਂ ਤਖ਼ਤ 'ਤੇ ਕਾਬਜ਼ ਸਨ, ਉਹਨਾਂ ਨਾਲ ਹੀ ਪੰਗੇ ਲੈਣੇ ਸਟਾਰਟ ਕਰ ਦਿਓ, ਬੜਾ ਨੁਕਸਾਨ ਹੋਇਆ ਉਹਨਾਂ ਨੂੰ ਇਸ ਚੀਜ਼ ਦਾ, ਠੀਕ ਹੈ। ਤਾਂ ਜਿਹੜੇ ਇੰਗਲਿਸ਼ ਸਨ, ਇਹਨਾਂ ਨੇ ਕੋਈ ਰਿਲੀਜਨ ਦੇ ਪ੍ਰਤੀ ਕੋਈ ਜ਼ੀਲ ਨਹੀਂ ਦਿਖਾਈ, ਬੇਸਿਕਲੀ ਸਿੱਧਾ ਇਹਨਾਂ ਦਾ ਧਿਆਨ ਪੈਸੇ 'ਤੇ ਸੀਗਾ, ਜਿਸ ਕਰਕੇ ਵਾਧੂ ਮੈਟਰਾਂ 'ਚ ਉਲਝੇ ਨਹੀਂ ਇਹ, ਅਤੇ ਤਰੱਕੀ ਲਗਾਤਾਰ ਕਰਦੇ ਗਏ, ਠੀਕ ਹੈ। ਇਹ ਪੁਰਤਗਾਲੀਆਂ ਦੇ ਮੁਕਾਬਲੇ ਇਹਨਾਂ ਦੇ ਵਿਕਾਸ ਕਰਨ ਦੇ ਕਾਰਨ ਦੇ ਵਿੱਚੋਂ ਮੇਨ ਕਾਰਨ ਹੈ ਰਿਲੀਜਨ, ਠੀਕ ਹੈ। ਅਗਲਾ ਕੀ ਹੈ ਜੀ ਇਹਨਾਂ ਦੀ ਟੈਕਨੋਲੋਜੀ, ਠੀਕ ਹੈ ਜੀ, ਅਤੇ ਵੈਪਨ ਸਾਇੰਸ, ਕੁਛ ਵੀ ਕਹਿ ਸਕਦੇ, ਠੀਕ ਹੈ। ਇੰਗਲਿਸ਼ ਦੇ ਵਿੱਚ ਜਦੋਂ ਯੂਰਪ ਦੇ ਵਿੱਚ ਇੰਡਸਟਰੀਲਾਈਜੇਸ਼ਨ ਹੋਈ ਤਾਂ ਜਿਹੜਾ ਇੰਗਲੈਂਡ ਸੀ ਉਹ ਉੱਭਰਵੇਂ ਤੌਰ 'ਤੇ ਸਾਹਮਣੇ ਆਇਆ, ਠੀਕ ਹੈ। ਪੁਰਾਣੇ ਤੁਸੀਂ ਸਾਇੰਟਿਸਟ ਦੇਖ ਲਓ, ਸਾਰੇ ਅੰਗਰੇਜ਼ ਨੇ, ਠੀਕ ਹੈ ਜੀ, ਵੱਡੇ ਵੱਡੇ ਨਾਂ ਨੇ ਜਿਹੜੇ, ਠੀਕ ਹੈ ਜੀ। ਤਾਂ ਇਹਨਾਂ ਕੋਲ ਟੈਕਨੋਲੋਜੀ ਵੀ ਐਡਵਾਂਸ ਹੁੰਦੀ ਸੀ, ਵੈਪਨ ਵੀ ਐਡਵਾਂਸ ਹੁੰਦੇ ਸਨ, ਅਤੇ ਸਾਇੰਸ ਵੀ ਇਹਨਾਂ ਦੀ ਐਡਵਾਂਸ ਹੈ। ਇੰਡਸਟਰੀਲਾਈਜ਼ ਨੇਸ਼ਨ ਸੀ, ਸਮਾਨ ਵਾਧੂ ਬਣਦਾ ਸੀ, ਠੀਕ ਹੈ ਜੀ। ਤਾਂ ਇਸ ਪੱਖ ਤੋਂ ਇਹਨਾਂ ਨੇ ਕਦੇ ਮਾਰ ਨਹੀਂ ਖਾਧੀ, ਠੀਕ ਹੈ ਜੀ। ਇੱਕ ਹੋਰ ਬੜਾ ਇੰਪੋਰਟੈਂਟ ਇਹਨਾਂ ਦਾ ਜੇ ਆਪਾਂ ਕਾਰਨ ਗਿਣੀਏ, ਗ੍ਰੇਟ ਲੀਡਰਸ। ਜਿਹੜੇ ਇੰਗਲਿਸ਼ ਦੇ ਲੀਡਰ ਸਨ ਭਾਰਤ ਦੇ ਵਿੱਚ, ਉਹਨਾਂ ਨੂੰ ਲੀਡ ਕਰਨ ਵਾਲੇ, ਉਹ ਆਪਣੇ ਸਮਕਾਲੀਆਂ ਨਾਲੋਂ ਲੀਡਰਸ਼ਿਪ ਵਿੱਚ ਕਿਤੇ ਜ਼ਿਆਦਾ ਉੱਤਮ ਸਨ। ਆਇਰਕੂਟ ਅਤੇ ਕਲਾਈਵ ਦੀ ਆਪਾਂ ਹੁਣੀ ਗੱਲ ਕੀਤੀ ਹੈ, ਠੀਕ ਹੈ।
ਬੇਸਿਕਲੀ ਇਹਨਾਂ ਕੋਲੇ ਲਗਾਤਾਰ ਚੰਗੇ ਲੀਡਰ ਇਹਨਾਂ ਨੂੰ ਮਿਲਦੇ ਗਏ। ਫ੍ਰੈਂਚ ਕੋਲੇ ਜਿਸ ਤਰ੍ਹਾਂ ਜ਼ਿਆਦਾ ਕਾਬਲ ਲੀਡਰ ਮੁਸ਼ਕਿਲ ਦੇ ਵਕਤ, ਠੀਕ ਹੈ, ਜਿਵੇਂ ਡੁਪਲੈਕਸ ਨੂੰ ਬਦਲਤਾ, ਅਗਲੇ ਜਿਹੜੇ ਨਵੇਂ ਗਵਰਨਰ ਆਏ ਉਹਨੇ ਕਾਬਲ ਨਹੀਂ ਸਨ, ਤਾਂ ਇਹਨਾਂ ਨੂੰ ਸਹੀ ਸਮੇਂ 'ਤੇ ਸਹੀ ਲੀਡਰਸ਼ਿਪ ਵੀ ਮਿਲੀ, ਠੀਕ ਹੈ। ਇੱਕ ਹੋਰ ਜਿਹੜਾ ਮੇਨ ਕਾਰਨ ਹੈ ਜੀ ਸਟੇਬਲ ਗਵਰਨਮੈਂਟ। ਇਹ ਇੰਗਲੈਂਡ ਦਾ ਥਰੂ ਆਊਟ ਹਿਸਟਰੀ ਵਿੱਚ ਡੋਮੀਨੇਟ ਕਰਨ ਦਾ ਮੁੱਖ ਕਾਰਨ ਰਿਹਾ। 1688 ਦੇ ਵਿੱਚ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਗਲੋਰੀਅਸ ਰੈਵੋਲਿਊਸ਼ਨ ਹੋਇਆ ਸੀ, ਜਿਹਦੇ ਵਿੱਚ ਰਾਜਿਆਂ ਦੇ ਅਧਿਕਾਰ ਘਟ ਗਏ ਸਨ, ਮੁੱਖ ਜੇ ਉਹਦਾ ਤੱਤ ਕੱਢੀਏ, ਅਤੇ ਪਾਰਲੀਮੈਂਟ ਦੇ ਅਧਿਕਾਰ ਵੱਧ ਗਏ ਸਨ। ਉਸ ਤੋਂ ਬਾਅਦ ਅੱਜ ਤੱਕ ਇੰਗਲੈਂਡ ਦੇ ਵਿੱਚ ਕੋਈ ਬਾਹਲੀ ਵੱਡੀ ਰਾਜਨੀਤਿਕ ਹਲਚਲ ਨਹੀਂ ਹੋਈ, ਠੀਕ ਹੈ। ਤਾਂ ਗਵਰਨਮੈਂਟ ਲਗਾਤਾਰ ਸਟੇਬਲ ਸੀ, ਪਾਰਲੀਮੈਂਟ ਕਰਾਊਨ ਮਿਲ ਕੇ ਕੰਮ ਕਰਦੇ ਸਨ, ਠੀਕ, ਕਰਾਊਨ ਉੱਥੋਂ ਦੇ ਰਾਜੇ ਨੂੰ ਕਹਿ ਦਿੱਤਾ ਜਾਂਦਾ। ਬਾਕੀ ਕੰਟਰੀਜ਼ ਜੇ ਤੁਸੀਂ ਲਾ ਲਓ, ਫਰੈਂਚ ਲਾ ਲਓ, ਠੀਕ ਹੈ ਨਾ, ਜਿਵੇਂ ਹੁਣ ਫਰੈਂਚ 60 ਦੇ ਵਿੱਚ ਹਾਰ ਜਾਂਦੇ ਨੇ, ਉਸ ਤੋਂ ਬਾਅਦ ਉਹਨਾਂ ਨੇ ਕੋਸ਼ਿਸ਼ ਕਿਉਂ ਨਹੀਂ ਕੀਤੀ? ਕਿਉਂਕਿ ਆਪਦੇ ਦੇਸ਼ ਦੇ ਵਿੱਚ ਹੀ ਉਹਨਾਂ ਦੇ, ਦੇਖੋ ਹਿਸਟਰੀ ਦੀ ਵੀ ਇੱਥੇ ਇੱਕ ਤੁਹਾਨੂੰ ਖੂਬਸੂਰਤੀ ਦਿਖਾਉਣਾ, ਘਰ ਅਸੀਂ ਇੰਡੀਅਨ ਰਹੇ ਹਾਂ, ਵਿੱਚ ਅਸੀਂ ਵਰਲਡ ਹਿਸਟਰੀ ਵੀ ਕਵਰ ਕਰ ਰਹੇ ਹਾਂ। ਵਾਪਸ ਚੱਲਦੇ ਹਾਂ ਆਪਣੇ 'ਤੇ, ਕਿਉਂਕਿ ਆਪਦੇ ਦੇਸ਼ ਦੇ ਵਿੱਚ ਫਰੈਂਚ ਦੇ ਵਿੱਚ 1799 ਦੇ ਵਿੱਚ ਫਰੈਂਚ ਰੈਵੋਲਿਊਸ਼ਨ ਹੋ ਗਿਆ ਜੀ, ਠੀਕ ਹੈ। ਉੱਥੋਂ ਦੇ ਰਾਜੇ ਨੂੰ ਰੈਵੋਲਿਊਸ਼ਨਰੀ ਮਾਰ ਸੁੱਟਿਆ, ਠੀਕ ਹੈ ਜੀ। ਉਸ ਤੋਂ ਬਾਅਦ ਰੋਬਰਟ ਡੀ ਪੀਅਰੇ ਆਉਂਦਾ, ਜਿਹਨੇ ਰੇਨ ਆਫ ਟੈਰਰ ਚਲਾਇਆ, ਠੀਕ ਹੈ। 10 ਸਾਲ ਮਤਲਬ ਗਵਰਨਮੈਂਟ ਨਾਂ ਦੀ ਚੀਜ਼ ਹੀ ਨਹੀਂ ਸੀਗੀ, ਠੀਕ ਹੈ। ਜਾਂ ਰੈਵੋਲਿਊਸ਼ਨ ਹੀ ਕਾਬਜ਼ ਹੋ ਜਾਂਦੇ ਸੀ, ਜਾਂ ਕਿ ਲੀਡਰ ਕਾਬਜ਼ ਹੋ ਜਾਂਦਾ ਸੀ, ਉਹ ਦੂਜਿਆਂ ਨੂੰ ਮਾਰਨਾ ਸਟਾਰਟ ਕਰ ਦਿੰਦਾ ਸੀ। ਅਤੇ ਜਦੋਂ ਪਿੱਛੇ ਆਪਣੇ ਘਰ ਦੇ ਹਾਲਾਤ ਹੀ ਠੀਕ ਨਾ ਹੋਣ, ਤਾਂ ਅਸੀਂ ਬਾਹਰ ਜਾ ਕੇ ਕੁਝ ਜ਼ਿਆਦਾ ਨਹੀਂ ਕਰ ਸਕਦੇ। ਇੰਗਲਿਸ਼ ਲਈ ਇਹ ਕੰਮ ਉਲਟ ਸੀ, ਠੀਕ ਹੈ। ਇਸੇ ਤਰ੍ਹਾਂ ਜੇ ਹੋਰ ਪਾਵਰਾਂ ਦੀ ਗੱਲ ਕਰ ਲਈਏ, ਠੀਕ ਹੈ, ਸਪੇਨ ਅਤੇ ਡੱਚ ਆਪਸ ਵਿੱਚ 80 ਸਾਲ ਲੜਦੇ ਰਹੇ, ਠੀਕ ਹੈ ਨਾ। ਇਟਲੀ ਸੀ ਜਿਸ ਤਰ੍ਹਾਂ ਇੱਕ ਹੋਰ ਵੱਡੀ ਪਾਵਰ, 1861 ਤੱਕ ਉਹ ਯੂਨਾਈਟ ਹੀ ਨਹੀਂ ਸੀਗਾ, ਨਿੱਕੇ ਨਿੱਕੇ ਫੈਕਸ਼ਨਸ ਦੇ ਵਿੱਚ ਵੰਡਿਆ ਹੋਇਆ ਸੀ। ਤਾਂ ਹੋਰ ਯੂਰਪ ਦੇ ਕਿਸੇ ਵੀ ਦੇਸ਼ ਕੋਲੇ ਇੰਨੀ ਸਟੇਬਲ ਗਵਰਨਮੈਂਟ ਨਹੀਂ ਸੀ ਜਿੰਨੀ ਸਟੇਬਲ ਗਵਰਨਮੈਂਟ ਇੰਗਲਿਸ਼ ਕੋਲੇ ਸੀ, ਠੀਕ ਹੈ। ਇਹਨਾਂ ਕਾਰਨਾਂ ਦੀ ਵਜ੍ਹਾ ਕਾਰਨ, ਕੁਝ ਭਾਰਤ ਦੇ ਰਾਜਨੀਤਿਕ ਹਾਲਾਤਾਂ ਦੀ ਵਜ੍ਹਾ ਕਾਰਨ, ਥੋੜ੍ਹਾ ਜਿਹਾ ਜੇ ਅਸੀਂ ਕਹਿ ਲਈਏ ਲੱਕ ਵਾਲਾ ਫੈਕਟਰ ਕਿ ਸਹੀ ਟਾਈਮ 'ਤੇ ਸਹੀ ਲੀਡਰਸ਼ਿਪ ਮਿਲਦੀ ਗਈ, ਠੀਕ ਹੈ। ਇੰਗਲਿਸ਼ ਨੇ ਭਾਰਤ ਦੇ ਵਿੱਚ ਯੂਰਪੀਅਨਸ ਪਾਵਰ ਨੂੰ ਤਾਂ ਰਿਪਲੇਸ ਕੀਤਾ ਹੀ ਕੀਤਾ, ਹੌਲੀ ਹੌਲੀ ਕਰਕੇ ਇੰਡੀਅਨ ਪਾਵਰ ਨੂੰ ਵੀ ਰਿਪਲੇਸ ਕਰਕੇ ਰੱਖ ਦਿੱਤਾ, ਠੀਕ ਹੈ। ਤਾਂ ਅੱਜ ਦੇ ਲੈਕਚਰ ਵਿੱਚ ਅਸੀਂ ਗੱਲ ਕੀਤੀ। ਜੇ ਤੁਹਾਡੇ ਵੱਲੋਂ ਕੋਈ ਸੁਝਾਅ ਹਨ ਤਾਂ ਜ਼ਰੂਰ ਦੱਸਿਓ। ਕੰਸਟਰਕਟਿਵ ਕ੍ਰਿਟਿਸਿਜ਼ਮ ਦਾ ਹਮੇਸ਼ਾ ਸਵਾਗਤ ਹੈ ਜੀ। ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।